ਨਾਸਕ ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ। ਸ਼੍ਰੀ ਗੁਰ ਬੈਠਨ ਥਾਨ ਗਏ ਜਬ ਗੰਗ ਬੇਲੋਕਤ ਹੋਇ ਬਲਿਹਾਰੀ ਨੀਰ ਤੇ ਸਾਰੋ ਸਰੀਰ ਪਖਾਰਤ ਦਾਸੀ ਜੇ ਤੀਰ ਸੋ ਬਾਤ ਉਚਾਰੀ ਦੇਖੋ ਰੀ ਕਸ ਸੰਕਟ ਭਾਸੁਤ ਮੇਰੋ ਬਚਿਓ ਗਹਿ ਪਨੰਗ ਭਾਰੀ ਮੈਂ ਦਿਨ ਰੈਨ ਰਖੋਂ ਢਿਗ ਐਨ ਮੈਂ ਹੇਰਤ ਹਉ ਨਿਜ ਨੈਨ ਅਗਾਰੀ ਸ਼੍ਰੀ ਗੁਰ ਬੈਠਨ ਥਾਨ ਗਏ ਜਬ ਗੰਗ ਬਿਲੋਕਤ ਹੈ ਬਲਿਹਾਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਦਾਸਾਂ ਗਰੀਬਾਂ ਨੂੰ ਸੁੱਖ ਦੇਣ ਵਾਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੂੰ ਗੁਰੂ ਪਿਆਰਿਆਂ ਨੇ ਬੜੇ ਹੀ ਪਿਆਰ ਨਾਲ ਸਰਵਣ ਕਰਾਇਆ ਹੈ। ਰਸਨਾ ਨੂੰ ਕਰੋ ਪਵਿੱਤਰ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ।
ਸਾਰੀਆਂ ਸੰਗਤਾਂ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦਾ ਧਿਆਨ ਧਰ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰੂ ਕੀ ਬਡਾਲੀ ਵਿਖੇ 6ਵੇਂ ਪਾਤਸ਼ਾਹ ਮਹਾਰਾਜ ਜੀ 2 ਸਾਲਾਂ ਦੀ ਉਮਰ ਹੋਈ ਹੈ ਜੀ। ਉਹ ਪ੍ਰਸੰਗ ਜਿਹੜਾ ਹੈ ਉਹ ਆਪ ਜੀ ਨੇ ਸੰਗਤ ਜੀ ਕੱਲ ਸਰਵਣ ਕੀਤਾ ਸੀਗਾ ਜੀ। ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਤਾਪ ਦਿਨੋਂ ਦਿਨ ਵੱਧ ਰਿਹਾ ਹੈ, ਦਿਨੋਂ ਦਿਨ ਕਿਰਪਾ ਬਖਸ਼ਿਸ਼ ਰਹਿਮਤ ਵੱਧ ਰਹੀ ਹੈ, ਉੱਥੇ ਸਾਧ ਸੰਗਤ ਜੀ ਬਾਬਾ ਪ੍ਰਿਥੀਆ ਜੀ ਦਿਨੋਂ ਦਿਨ ਈਰਖਾ ਦੇ ਘਰ ਵਿੱਚ ਆ ਕੇ ਤੇ ਮਾੜਾ ਹੀ ਚਿਤਵੀ ਜਾਂਦੇ ਆ ਜੀ। ਬਾਬਾ ਪ੍ਰਿਥੀਆ ਜੀ ਨੇ ਇੱਕ ਸਪੇਰੇ ਨੂੰ ਤਿਆਰ ਕੀਤਾ। ਉਸ ਸਪੇਰੇ ਨੇ ਗੁਰੂ ਕੀ ਬਡਾਲੀ, ਜਿੱਥੇ ਗੁਰੂ ਜੀ ਦਾ ਘਰ ਹੈ, ਉਹਦੇ ਵਿੱਚ ਕਾਲੇ ਰੰਗ ਦਾ ਫਨੀਅਰ ਨਾਗ ਜਿਹੜਾ ਸੀ ਉਹ ਭੇਜ ਦਿੱਤਾ ਜੀ। ਕਿਵੇਂ ਉਹ ਫਨੀਅਰ ਨਾਗ ਸਾਧ ਸੰਗਤ ਜੀ ਘਰ ਵਿੱਚ ਆਉਂਦਾ ਹੈ, ਮਹਾਰਾਜ ਦੀ ਸਿਰੀ ਫੜ ਕੇ ਉਹਦਾ ਨਾਸ ਕਰ ਦਿੰਦੇ ਆ, ਉਧਾਰ ਕਰਦੇ ਆ। ਇਹ ਪ੍ਰਸੰਗ ਤੁਸੀਂ ਕੱਲ ਸਰਵਣ ਕੀਤਾ ਜੀ। ਉਸ ਨਾਗ ਦੀ ਰੂਹ ਨੇ ਦੱਸਿਆ ਗੁਰੂ ਅਰਜਨ ਸਾਹਿਬ ਜੀ ਨੂੰ ਕਿ ਮੈਂ ਬਹੁਤ ਤਪ ਕੀਤਾ, ਤਪ ਕਰਦਿਆਂ ਕਰਦਿਆਂ ਮੈਂ ਖੁਸ਼ਕ ਹੋ ਗਿਆ ਤੇ ਮੈਂ ਨਾਰਦ ਮੁਨੀ ਦੇ ਨਾਲ ਬਹਿਸ ਪਿਆ ਸਾਂ ਜੀ। ਚੇਤਾ ਰੱਖਿਓ, ਆਪਣੇ ਪੱਧਰ ਤੇ ਬੜੇ ਬੰਦੇ ਜਪ ਤਪ ਕਰਦੇ ਫਿਰਦੇ ਤੇ ਜਪ ਤਪ ਕਰਕੇ ਸਗੋਂ ਬੇੜਾ ਬੰਨੇ ਲੱਗਣ ਦੀ ਥਾਂ ਤੇ ਖੁਸ਼ਕ ਹੋ ਜਾਂਦੇ ਜੀ ਉਹ ਜੀ, ਕਿਉਂ ਕਿਸੇ ਦੀ ਸੰਗਤ ਨਹੀਂ ਕੀਤੀ। ਨਾਰਦ ਮੁਨੀ ਨੇ ਆਖਿਆ ਵੀ ਭਗਤੀ ਨਾਲ ਸੰਸਾਰ ਚੋਂ ਤਰੀਦਾ ਹੈ। ਕਹਿਣ ਲੱਗਾ ਮੈਂ ਇਹ ਆਖਿਆ ਵੀ ਗਿਆਨ ਨਾਲ ਤਰੀਦਾ ਹੈ। ਉਹ ਕਹਿਣ ਲੱਗੇ ਗੱਲਾਂ ਬਾਤਾਂ ਇੰਨੀਆਂ ਵੱਧ ਗਈਆਂ ਵੀ ਬੈਸਮ ਬਸਾ ਹੋ ਗਿਆ। ਬਹਿਸ ਵਿੱਚ ਜਦੋਂ ਉਹਨਾਂ ਮੈਨੂੰ ਵੇਖਿਆ ਤੇ ਨਾਰਦ ਮੁਨੀ ਨੇ ਕਿਹਾ ਵੀ ਪੜ੍ਹਦਾ ਤੂੰ ਗਿਆਨ ਹੈ ਪਰ ਅੰਦਰ ਤੇਰੇ ਜ਼ਹਿਰ ਹੈ, ਚੱਲ ਤੂੰ ਸੱਪ ਦੀ ਜੂਨੇ ਜਾਏਗਾ। ਕਹਿਣ ਲੱਗੇ ਮੈਂ ਫਿਰ ਪੁੱਛਿਆ ਵੀ ਤੁਸੀਂ ਜਪ ਤਪ ਵਾਲੇ ਹੋ, ਜੇ ਮੈਂ ਸੱਪ ਦੀ ਜੂਨੇ ਗਿਆ ਤੇ ਮੇਰਾ ਉਧਾਰ ਕਿਵੇਂ ਹੋਏਗਾ? ਉਹਨਾਂ ਫਿਰ ਅੱਗੋਂ ਉੱਤਰ ਦਿੱਤਾ ਵੀ ਤੇਰਾ ਉਧਾਰ ਜਦੋਂ ਪਰਮੇਸ਼ਰ ਦੀ ਧਰਤੀ ਤੇ ਸਰੀਰ ਧਾਰਨ ਕਰਕੇ ਆਉਣਗੇ, ਉਹਨਾਂ ਦਾ ਸਪਰਸ਼ ਤੈਨੂੰ ਪ੍ਰਾਪਤ ਹੋਏਗਾ ਤਾਂ ਤੇਰਾ ਉਧਾਰ ਹੋਏਗਾ। ਕਹਿੰਦਾ ਮਹਾਰਾਜ ਤੁਹਾਡੇ ਪੁੱਤਰ ਨੇ ਮੇਰੀ ਸਿਰੀ ਫੜੀ, ਮੈਨੂੰ ਪਟਕਾਰਿਆ, ਮੈਂ ਮਰ ਗਿਆ। ਕਹਿਣ ਲੱਗਾ ਵੇਖੋ ਇਹਨਾਂ ਦੀ ਕਿਰਪਾ ਨਾਲ ਮੇਰਾ ਉਧਾਰ ਹੋ ਗਿਆ ਤੇ ਮੈਂ ਸਵਰਗ ਨੂੰ ਜਾ ਰਿਹਾ। ਕਹਿਣ ਲੱਗਾ ਮੈਂ ਸਵਰਗਾਂ ਨੂੰ ਜਾ ਰਿਹਾ। ਕਿਸ ਤਰੀਕੇ ਦੇ ਨਾਲ ਉਹਨੇ ਰੂਹ ਨੇ ਜੋ ਆਖਿਆ ਉਹ ਸਭ ਕੁਝ ਤੁਹਾਡੇ ਸਾਹਮਣੇ ਤੁਸੀਂ ਕੱਲ ਸੁਣਿਆ ਜੀ। ਖੇਡ ਕੀ ਹੈ? ਭਾਵਨਾ ਵੱਡੀ ਹੋਣੀ ਚਾਹੀਦੀ। ਅਸੀਂ ਆਮ ਸੰਸਾਰੀ ਬੰਦੇ ਹੈਗੇ ਆ, ਬੜੀ ਛੇਤੀ ਡੋਲ ਜਾਂਦੇ ਸਾਧ ਸੰਗਤ ਜੀ। ਗੱਜ ਕੇ ਆਖੋ ਵਾਹਿਗੁਰੂ। ਬਹੁਤ ਛੇਤੀ ਡੋਲ ਜਾਂਦੇ ਆ, ਮਨ ਡੋਲ ਜਾਂਦਾ ਹੈ ਸਾਡਾ। ਪਰ ਤੁਸੀਂ ਅੰਦਾਜ਼ਾ ਲਾਓ ਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿੰਨੇ ਵੱਡੇ ਨੇ ਜੀ, ਕਿੰਨਿਆਂ ਦਾ ਉਧਾਰ ਕਰ ਰਹੇ ਨੇ ਮਹਾਰਾਜ। ਉਧਰ ਜਦੋਂ ਬਾਬੇ ਪ੍ਰਿਥੀਏ ਨੂੰ ਲੋਕਾਂ ਨੇ ਜਾ ਕੇ ਲਾਹਨਤਾਂ ਪਾਈਆਂ ਨਾ ਵੀ ਬਾਬੇ ਪ੍ਰਿਥੀਏ ਨੇ ਚੰਗਾ ਨਹੀਂ ਕੀਤਾ, ਇਸ ਗੱਲ ਦੀ ਖਬਰ ਬਾਬੇ ਪ੍ਰਿਥੀਏ ਨੂੰ ਜਦੋਂ ਪਤਾ ਲੱਗੀ, ਬਾਬੇ ਪ੍ਰਿਥੀਏ ਨੇ ਗੁਰੂ ਅਰਜਨ ਸਾਹਿਬ ਨੂੰ ਹੀ ਝੂਠਾ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਜੀ। ਵੇਖੋ ਮਹਾਰਾਜ ਦੀ ਕਿੰਨੀ ਦੂਰ ਦ੍ਰਿਸ਼ਟੀ ਹੈ ਜੀ। ਜੇ ਗੁਰੂ ਅਰਜਨ ਸਾਹਿਬ ਚਾਹਣ, ਮਹਾਰਾਜ ਬਾਬੇ ਪ੍ਰਿਥੀਏ ਦੀ ਸੁਰਤ ਬਦਲ ਸਕਦੇ ਆ ਜੀ। ਬਾਬੇ ਪ੍ਰਿਥੀਏ ਨੂੰ ਸਹੀ ਰਸਤੇ ਤੇ ਲੈ ਕੇ ਆ ਸਕਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਜੇ ਮਹਾਰਾਜ ਚਾਹਣ, ਬਾਬੇ ਪ੍ਰਿਥੀਏ ਦੀ ਮੱਤ ਹੀ ਬਦਲ ਸਕਦੇ ਨੇ ਜੀ। ਕਿਉਂ? ਮਹਾਰਾਜ ਆਪ ਸਮਰੱਥ ਨੇ, ਪਰਮੇਸ਼ਰ ਨੇ। ਪਰ ਗੁਰੂ ਅਰਜਨ ਸਾਹਿਬ ਐਸਾ ਨਹੀਂ ਕਰਦੇ। ਸਾਨੂੰ ਦੱਸਦੇ ਆ ਇਸੇ ਹਾਲਾਤਾਂ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਰਹਿਣਾ ਹੈ। ਜਿਹੜਾ ਰੱਬ ਦੇ ਚਰਨਾਂ ਨਾਲ ਜੁੜਿਆ ਰਹੇਗਾ, ਵਿਰੋਧਤਾ ਜਿੰਨੀ ਮਰਜ਼ੀ ਹੋਵੇ ਉਹਨੂੰ ਖਤਰਾ ਕੋਈ ਨਹੀਂ ਹੈਗਾ ਜੀ। ਤੇ ਜਿਹੜਾ ਚਰਨਾਂ ਤੋਂ ਟੁੱਟ ਗਿਆ ਨਾ ਜੀ, ਉਹਦੀ ਥੋੜੀ ਵੀ ਵਿਰੋਧਤਾ ਆਈ ਉਹਨੂੰ ਲੈ ਬਹਿਣਾ ਜੀ ਉਹਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੇ ਬਹੁਤ ਜ਼ਿਆਦਾ ਸ਼ਾਂਤੀ ਰੱਖੀ ਜੀ। ਸਭ ਕੁਝ ਪਤਾ ਹੁੰਦਿਆਂ ਸੁਣਦਿਆਂ ਵੀ ਮਹਾਰਾਜ ਨੇ ਸ਼ਾਂਤੀ ਰੱਖੀ। ਮਹਾਰਾਜ ਨੇ ਧੀਰਜ ਬੜਾ ਰੱਖਿਆ ਗੁਰੂ ਅਰਜਨ ਸਾਹਿਬ ਜੀ ਨੇ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਵਿਚਾਰ ਸਰਵਣ ਕਰਦੇ ਹਾਂ।
ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸ਼੍ਰੀ ਗੁਰ ਬੈਠਨ ਥਾਨ ਗਏ ਜਬ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਸ ਜਗ੍ਹਾ ਆਸਣ ਹੈ ਗੁਰੂ ਅਰਜਨ ਸਾਹਿਬ ਜੀ ਦਾ, ਮਹਾਰਾਜ ਉਸ ਪਾਸੇ ਚਲੇ ਗਏ ਜੀ। ਹਾਂਜੀ। ਗੰਗ ਬੇਲੋਕਤ ਹੋਇ ਬਲਿਹਾਰੀ। ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਦੇ ਤੇ ਬਲਿਹਾਰ ਜਾ ਰਹੇ ਨੇ ਜੀ। ਬੜੀ ਚਿੰਤਾ ਵਧੀ ਹੈ ਜੀ। ਮਾਤਾ ਜੀ ਤੇ ਅੱਗੇ ਰਿਸਕ ਨਹੀਂ ਸੀ ਲੈਂਦੇ, ਦਾ ਨਹੀਂ ਸੀ ਖਾਂਦੇ, ਪਰ ਫਿਰ ਵੀ ਜਿੰਨਾ ਦਾ ਲਾਉਣਾ ਉਹ ਲਾ ਹੀ ਜਾਂਦੇ ਨੇ ਜੀ। ਹਾਂਜੀ। ਨੀਰ ਤੇ ਸਾਰੋ ਸਰੀਰ ਪਖਾਰਤ। ਮਾਤਾ ਜੀ ਨੇ 6ਵੇਂ ਪਾਤਸ਼ਾਹ ਨੂੰ ਗਰਮ ਜਲ ਨਾਲ ਦੁਬਾਰਾ ਇਸ਼ਨਾਨ ਕਰਾਇਆ ਜੀ, ਵੀ ਕਿਤੇ ਕੋਈ ਸੱਪ ਦਾ ਥੋਕੀ ਨਾ ਲੱਗ ਗਿਆ ਹੋਵੇ। ਇਹੋ ਜੀ ਵਿਚਾਰ ਕਰਕੇ ਮਾਤਾ ਜੀ ਨੇ ਮਹਾਰਾਜ ਨੂੰ ਦੁਬਾਰਾ ਇਸ਼ਨਾਨ ਕਰਾਇਆ ਜੀ। ਹਾਂਜੀ। ਦਾਸੀ ਜੇ ਤੀਰ ਸੋ ਬਾਤ ਉਚਾਰੀ। ਜਿਹੜੀਆਂ ਦਾਸੀਆਂ ਮਾਤਾ ਜੀ ਦੇ ਲਾਗੇ ਖਲੋਤੀਆਂ ਨਾ ਜੀ, ਮਾਤਾ ਗੰਗਾ ਜੀ ਉਹਨਾਂ ਨਾਲ ਬਚਨ ਕਰਨ ਲੱਗੇ। ਦੇਖੋ ਰੀ ਕਸ ਸੰਕਟ ਭਾਸੁਤ। ਕਹਿਣ ਲੱਗੀ ਮਾਤਾ ਜੀ ਕਹਿਣ ਲੱਗੇ, ਕਹਿੰਦੇ ਵੇਖੋ ਕਿਹੋ ਜਿਹਾ ਸੰਕਟ ਆ ਬਣਿਆ ਮੇਰੇ ਪੁੱਤਰ ਤੇ। ਹਾਂਜੀ। ਮੇਰੋ ਬਚਿਓ ਗਹਿ ਪਨੰਗ ਭਾਰੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਕਿਹੋ ਜਿਹਾ ਸੰਕਟ ਸੀ ਤੇ ਮੇਰੇ ਪੁੱਤਰ ਜੀ ਫਿਰ ਵੀ ਬਚ ਗਏ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ। ਹਾਂਜੀ। ਮੈਂ ਦਿਨ ਰੈਨ ਰੱਖੋਂ ਟਿਗ ਐਨ ਮੈਂ। ਕਹਿਣ ਲੱਗੀ ਇਸੇ ਕਰਕੇ ਦਿਨ ਰਾਤ ਮੈਂ ਇਹਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹਾਂ। ਹੇਰਤ ਹਉ ਨਿਜ ਨੈਣ ਅਗਾਰੀ। ਆਪਣੀਆਂ ਅੱਖਾਂ ਦੇ ਨਾਲ ਵੇਖਦੀ ਰਹਿਨੀ, ਇਹਨਾਂ ਨੂੰ ਵੇਖਦੀ ਰਹਿਨੀ ਆ। ਕਿਉਂ? ਪਤਾ ਹੈ ਜਿਹੜੇ ਦੋਖੀ ਨੇ, ਨਿੰਦਕ ਨੇ, ਉਹ ਬੜਾ ਯਤਨ ਕਰ ਰਹੇ ਨੇ ਜੀ, ਬੜਾ ਯਤਨ ਕਰ ਰਹੇ ਹੈ। ਹਾਂਜੀ। ਥੋਰੇ ਹੀ ਕਾਲ ਕਰਿਓ ਇਤ ਲੋਚਨ। ਤਾਂ ਫਲ ਹੌਲ ਪਰਿਓ ਉਰ ਮੇਰੇ। ਮਾਤਾ ਜੀ ਲਾਗੇ ਦਾਸੀਆਂ ਨੂੰ ਕਹਿਣ ਲੱਗੇ, ਕਹਿੰਦੇ ਵੇਖ ਲਓ ਥੋੜਾ ਜਿਹਾ ਸਮਾਂ ਦੂਰ ਕੀਤਾ ਤੇ ਕਿਵੇਂ ਹੌਲ ਪੈਣ ਲੱਗ ਪਏ। ਮੈਨੂੰ ਕਹਿਣ ਲੱਗੇ ਕਿਵੇਂ ਸੱਪ ਆ ਗਿਆ। ਥੋੜਾ ਜਿਹਾ ਸਮਾਂ ਦੂਰ ਕੀਤਾ ਤੇ ਕੀ ਖੇਡ ਬਣ ਗਈ। ਕਹਿਣ ਲੱਗੇ ਯੋਂ ਕਹਿ ਹਾਥ ਰੁਮਾਲ ਤਰੇ। ਇਹ ਕਹਿ ਕੇ ਨਾ ਜੀ ਮਾਤਾ ਜੀ ਨੇ ਆਪਣੇ ਹੱਥ 'ਚ ਰੁਮਾਲ ਫੜਿਆ ਜੀ। ਇਹ ਬਚਨ ਕਰਨ ਦੇ ਨਾਲ ਰੁਮਾਲ ਫੜਿਆ ਜੀ। ਮੁਖ ਚੰਦ ਕੋ ਪੋਸ਼ਤ ਭੀ ਤਿਸ ਬੇਰੇ। ਤੇ ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਖੜਾ ਸਾਫ਼ ਕਰ ਰਹੇ ਨੇ ਜੀ। ਮੁਖੜਾ ਸਾਫ਼ ਕਰ ਰਹੇ ਪਿਆਰ ਦੇ ਨਾਲ, ਤੇ ਨਾਲ ਵਿਚਾਰ ਕਰਦੇ ਵੀ ਕੈਸਾ ਸਮਾਂ ਆ ਗਿਆ ਹੈ। ਹਾਂਜੀ। ਸਾਰੋ ਸਰੀਰ ਸੁਧਾਰ ਭਲੇ ਨਵ। ਚੀਰ ਨਿਕਾਸ ਕੇ ਲਿਆਈ ਅਸ਼ੇਰੇ। ਸਾਰੇ ਸਰੀਰ ਨੂੰ ਫਿਰ ਚੰਗੀ ਤਰ੍ਹਾਂ ਸਾਫ਼ ਕੀਤਾ, ਵਧੀਆ ਕੱਪੜੇ ਪਹਿਨਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੀ। ਨੰਦਨ ਕੋ ਪਹਿਰਾਏ ਆਨੰਦਤ। ਸੁੰਦਰ ਰੂਪ ਮੁਕੰਦ ਕੋ ਹੇਰੇ। ਤੇ ਫਿਰ ਕੀ ਕੀਤਾ ਜੀ? ਬੜਾ ਧੰਨਵਾਦ ਕੇ ਨਾ ਮਹਾਰਾਜ ਦੇ ਸੀਸ ਤੋਂ ਤੇ ਗਰੀਬਾਂ ਵਿੱਚ ਦਾਨ ਦਿੱਤਾ ਜੀ। ਧੰਨਵਾਦ ਕੇ ਦਿੱਤਾ, ਪਦਾਰਥ ਵਾਰ ਕੇ ਦਿੱਤੇ। ਤੇ ਮਾਤਾ ਜੀ ਸਦਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ, ਮਹਾਰਾਜ ਜਿਹੜੇ ਦੁਖੀ ਨੇ ਉਹਨਾਂ ਦੀ ਸੋਚ ਤੇ ਹੋਰ ਹੈ, ਪਰ ਮਹਾਰਾਜ ਤੁਸੀਂ ਕਿਰਪਾ ਕਰਿਓ ਤੇ ਇੱਜ਼ਤ ਪੱਤ ਰੱਖਿਓ। ਹਾਂਜੀ। ਸ਼੍ਰੀ ਹਰਗੋਬਿੰਦ ਨੰਦਨ ਕੀ ਮਹਿਮਾ। ਕਬਹੂ ਚਿਤ ਜਾਣਤ ਹੈ। ਅਜੇ ਕੀ ਮਾਤਾ ਜੀ ਜਾਣਦੇ ਨੇ। ਕਾਕਾ ਜੀ ਬਾਅਦ ਚੋਂ ਕਰ ਲਓ, ਰੌਲਾ ਪਾਤਾ। ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਵਾਹਿਗੁਰੂ। ਅਜੇ ਕੀ ਮਾਤਾ ਜੀ ਜਾਣਦੇ ਨੇ 6ਵੇਂ ਪਾਤਸ਼ਾਹ ਦੀ ਮਹਿਮਾ ਨੂੰ ਜੀ, ਵੀ ਇਹ ਕੌਣ ਨੇ। ਕਿਉਂ? ਦਾਈ ਦੇ ਵੀ ਬਚਨ ਸੁਣੇ ਆ, ਸੱਪ ਦੀ ਰੂਹ ਦੇ ਵੀ ਬਚਨ ਸੁਣੇ ਆ। ਹਾਂਜੀ। ਸ਼੍ਰੀ ਗੁਰ ਪੂਰਨ ਕੇਰ ਸਪੂਤ। ਵੀ ਇਹ
ਪੂਰਨ ਗੁਰੂ ਗੁਰੂ ਅਰਜਨ ਸਾਹਿਬ ਦੇ ਪੁੱਤਰ ਨੇ। ਹਾਂਜੀ, ਭਇਓ ਅਵਤਾਰ ਹੀ ਮਾਨਤ ਹੈ। ਤੇ ਸਭ ਨੂੰ ਪਤਾ ਹੈ ਵੀ ਇਹ ਵੀ ਸਧਾਰਨ ਪੁੱਤਰ ਨਹੀਂ ਹੈਗੇ, ਇਹ ਵੀ ਅਵਤਾਰ ਨੇ, ਇਹ ਵੀ ਅਵਤਾਰ ਨੇ ਰੱਬ ਦੇ। ਹਾਂਜੀ, ਹੀਨ ਕਰੇ ਬਿਘਨਾ ਸਭ ਹੂੰ, ਸ਼ਕਤੀ ਅਤਵਾਨ ਪਛਾਨਤ ਹੈ। ਫਿਰ ਇਹ ਵੀ ਸ਼ਕਤੀਵਾਨ ਨੇ, ਬਿਘਨਾਂ ਨੂੰ ਨਾਸ ਕਰਨ ਵਾਲੇ ਨੇ। ਮਾਤਾ ਜੀ ਜਾਣਦੇ ਨੇ ਛੇਵੇਂ ਪਾਤਸ਼ਾਹ ਦੀ ਮਹਿਮਾ ਨੂੰ ਜੀ। ਹਾਂਜੀ, ਪਾਨੰਗ ਭੀਖਨ ਮਾਰ ਦਿਓ, ਹੱਥ ਧਾਏ ਮਹਾਬਲ ਠਾਨਤ ਹੈ। ਇਹ ਕਿਵੇਂ ਭਿਆਨਕ ਸੱਪ, ਸੰਗਤ ਜੀ ਕੋਬਰੇ ਤੋਂ ਤੇ ਵੱਡੇ ਵੱਡੇ ਚਾਲੂ ਨੇ ਜੀ। ਭਿਆਨਕ ਫਨੀਅਰ ਨਾਗ ਨੂੰ ਕਿਵੇਂ ਇਹਨਾਂ ਨੇ ਮਾਰਿਆ, ਕਿਵੇਂ ਮਾਰਿਆ। ਮਾਤਾ ਜੀ ਆਪਣੇ ਹਿਰਦੇ 'ਚ ਗੱਲਾਂ ਸੋਚਦੇ ਸਾਰੀਆਂ ਵੀ ਇਹ ਵੱਡੀ ਕਰਨੀ ਵਾਲੇ ਨੇ। ਹਾਂਜੀ, ਮਾਤ ਕਰੈ ਨਿਸ਼ਚੈ ਅਸ ਕੋ ਜਬ, ਸ਼੍ਰੀ ਹਰਿ ਗੋਵਿੰਦ ਜਾਨ ਹਿਰਦੇ। ਹਾਂਜੀ, ਮੋਹ ਉਪਾਵਤ ਹੈ ਤਿਸ ਕੇ, ਕਰ ਬਾਲਕ ਰੀਤ ਅਨੇਕ ਤਦੇ। ਗੱਜ ਕੇ ਆਖੋ ਵਾਹਿਗੁਰੂ। ਪਰ ਮਹਾਰਾਜ ਕੀ ਕਰਦੇ ਆ? ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਮਹਾਰਾਜ ਨੂੰ ਜਦੋਂ ਪਤਾ ਲੱਗ ਜਾਂਦਾ ਹੈ ਨਾ ਵੀ ਸਾਡੇ ਮਾਤਾ ਜੀ ਤੇ ਸਾਡੇ ਤੇ ਸ਼ਰਧਾ ਰੱਖਣ ਲੱਗ ਪਏ ਆ, ਮਹਾਰਾਜ ਬਾਲਕਾਂ ਵਾਲੀਆਂ ਲੀਲਾਵਾਂ ਸ਼ੁਰੂ ਕਰ ਦਿੰਦੇ ਜੀ। ਹਾਂਜੀ, ਹੋਏ ਸ਼ੁਧਾਤਰ ਜਾਚਤ ਭੋਜਨ, ਧੂਰ ਲਗਾਵਤ ਧਾਏ ਕਦੇ। ਹੁਣ ਬੋਲਣ ਵੀ ਲੱਗ ਪਏ ਆ ਨਾ, ਤੇ ਮਹਾਰਾਜ ਭੋਜਨ ਵੀ ਮੰਗਦੇ ਆ, ਪ੍ਰਸ਼ਾਦਾ ਵੀ ਮੰਗਦੇ ਆ। ਮਾਤਾ ਜੀ ਭੱਜ ਭੱਜ ਕੇ ਸਾਰੇ ਕੰਮ ਕਰਦੇ ਆ ਜੀ। ਮਾਤਾ ਗੰਗਾ ਜੀ ਦਾ ਬੜਾ ਵੱਡਾ ਰੋਲ ਹੈ ਜੀ। ਹਾਂਜੀ, ਗੋਦ ਤੇ ਜਾਤ ਪ੍ਰਮੋਦ ਪਰੇ, ਚੌਕੋਦ ਫਿਰੈ ਰੁਦੇ ਅੰਦਨ ਜਿਤੇ। ਜਦੋਂ ਮਹਾਰਾਜ ਪ੍ਰਸ਼ਾਦਾ ਛਕ ਲੈਂਦੇ ਆ, ਮਾਤਾ ਜੀ ਗੋਦ 'ਚ ਪਾ ਕੇ ਸਵਾਉਣ ਲੱਗਦੇ ਆ, ਮਹਾਰਾਜ ਫਿਰ ਗੋਦ 'ਚੋਂ ਨਿਕਲ ਕੇ ਖੇਡਣ ਲੱਗ ਪੈਂਦੇ ਆ ਜੀ। ਇਸ ਤਰ੍ਹਾਂ ਦੇ ਨਿੱਕੇ ਨਿੱਕੇ ਬੜੇ ਹੀ ਚੋਜ ਛੇਵੇਂ ਪਾਤਸ਼ਾਹ ਕਰਦੇ ਆ। ਹਾਂਜੀ, ਬਾਲਕ ਕੀ ਸਮ ਚੰਚਲਤਾ ਅਵਲੋਕਤ, ਗੰਗ ਸਪੂਤ ਹੀ ਜਾਣਤ। ਪਹਿਲਾਂ ਤੇ ਮਾਤਾ ਜੀ ਸਮਝਦੇ ਆ ਵੀ ਇਹ ਰੱਬ ਨੇ, ਪਰਮੇਸ਼ਰ ਨੇ, ਪਰ ਜਦੋਂ ਫਿਰ ਮਹਾਰਾਜ ਬਾਲਕਾਂ ਵਾਲੀ ਲੀਲਾ ਕਰਦੇ ਆ ਨਾ, ਤੇ ਛੇਵੇਂ ਪਾਤਸ਼ਾਹ ਆਪ ਹੀ ਪਰਦਾ ਪਾ ਦਿੰਦੇ ਆ। ਮਾਤਾ ਜੀ ਨੂੰ ਇਹੋ ਹੀ ਲੱਗਦਾ ਵੀ ਮੇਰੇ ਪੁੱਤਰ ਹੀ ਨੇ, ਮੇਰੇ ਪੁੱਤਰ ਹੀ ਨੇ। ਉਦੋਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆਪ ਜੀ ਨਾਲ ਸਾਂਝਾ ਕੀਤਾ ਸੀ ਨਾ। ਮਾਤਾ ਤ੍ਰਿਪਤਾ ਜੀ ਨੂੰ ਨਜ਼ਰ ਆਉਂਦਾ ਹੈ ਵੀ ਕਿਵੇਂ ਦੇਵਤੇ ਇਹਨਾਂ ਦੀ ਪੂਜਾ ਕਰ ਰਹੇ ਆ, ਪਰ ਜਦੋਂ ਅੱਖਾਂ ਖੋਲ੍ਹਦੇ ਆ ਗੁਰੂ ਨਾਨਕ ਸਾਹਿਬ ਮੋਹ ਪਾ ਦਿੰਦੇ ਆ। ਮਾਤਾ ਤ੍ਰਿਪਤਾ ਜੀ ਸਮਝਦੇ ਮੇਰਾ ਪੁੱਤ ਹੀ ਨਾ ਹੈਗਾ ਜੀ, ਮੇਰਾ ਪੁੱਤ ਹੀ ਹੈ। ਛੇਵੇਂ ਪਾਤਸ਼ਾਹ ਵੀ ਮਾਤਾ ਗੰਗਾ ਜੀ ਤੇ ਮੋਹ ਪਾ ਦਿੰਦੇ ਜੀ। ਮਾਤਾ ਜੀ ਆਪਣਾ ਪੁੱਤਰ ਹੀ ਸਮਝਦੇ ਮਹਾਰਾਜ ਨੂੰ। ਹਾਂਜੀ, ਪਾਲਤ ਹੈ ਨਿਤ ਲਾਲਤ ਹੈ, ਪਾਲਦੇ ਆ ਨਿਤਾਂ ਪ੍ਰਤੀ ਦੁਲਾਰਦੇ ਆ ਛੇਵੇਂ ਪਾਤਸ਼ਾਹ ਨੂੰ। ਹਿਤ ਘਾਲਤ ਹੈ ਮਨ ਕੋ ਪ੍ਰਿਯ ਮਾਨਤ। ਬੜਾ ਹੀ ਪ੍ਰੇਮ ਕਰ ਕਰਕੇ ਤੇ ਸਾਵਧਾਨੀ ਦੇ ਨਾਲ ਮਾਤਾ ਗੰਗਾ ਜੀ ਛੇਵੇਂ ਪਾਤਸ਼ਾਹ ਦੀ ਸੇਵਾ ਕਰਦੇ ਆ। ਹਾਂਜੀ, ਕੇਤਕ ਦਿਓਸ ਬਤੀਤ ਪਏ, ਸੁਖ ਸਾਤ ਤਬੈ ਪਗ ਮੈਂ ਬਲ ਠਾਨਤ। ਤੇ ਬਸ ਫਿਰ ਕੁਝ ਦਿਨ ਬਤੀਤ ਹੋਏ, ਛੇਵੇਂ ਪਾਤਸ਼ਾਹ ਮਹਾਰਾਜ ਦੇ ਕਦਮਾਂ 'ਚ ਬਲ ਆ ਗਿਆ ਜੀ। ਹਾਂਜੀ, ਹੋਤ ਖਰੇ ਗੁਣ ਪੁੰਜ ਖਰੇ, ਨਿਜ ਦਾਸ ਤੇ ਸਤ ਨਾਮ ਬਖਾਨਤ। ਹੋਤ ਖਰੇ ਗੁਣ ਪੁੰਜ ਖਰੇ, ਜਿਨ ਦਾਸ ਤਰੇ ਸਤ ਨਾਮ ਬਖਾਨਤ। ਕਹਿੰਦੇ ਛੇਵੇਂ ਪਾਤਸ਼ਾਹ ਖਲੋ ਕੇ ਤੁਰਦੇ ਆ, ਭੱਜਦੇ ਆ, ਜਿਨ੍ਹਾਂ ਦਾ ਨਾਮ ਲਿਆ ਦਾਸ ਸੇਵਕ ਸਿੱਖ ਤਰ ਜਾਂਦੇ ਨੇ। ਕਹਿਣ ਲੱਗੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਸ਼੍ਰੀ ਚਰਣਾ ਬੁੱਝ ਤੇ ਚਲਬੇ, ਪਗ ਨੂੰ ਪਰ ਭੂਪਰ ਦੌਰ ਬਜਾਵੇ। ਕਹਿਣ ਲੱਗੇ ਫਿਰ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਪਿੰਨੀਆਂ ਮੋਟੀਆਂ ਮੋਟੀਆਂ ਨੇ ਜੀ, ਭਰਵਾਂ ਸਰੀਰ ਹੈ ਉਮਰ 2 ਸਾਲਾਂ ਦੀ, ਪਰ ਇਉਂ ਲੱਗਦਾ ਜਿਵੇਂ 4-5 ਸਾਲ ਦੇ ਹੋਣ ਜੀ। ਸਰੀਰ ਬੜੀ ਛੇਤੀ ਵਧਿਆ ਨਾ ਜੀ, 7.5 ਫੁੱਟ ਕੱਦ ਹੋਣਾ ਜੀ ਇਹਨਾਂ ਦਾ। ਕਹਿੰਦੇ ਜਦੋਂ ਦੌੜਦੇ ਆ ਨਾ ਮਹਾਰਾਜ ਧਰਤੀ ਤੇ ਇੱਧਰ ਉੱਧਰ ਚੱਲਦੇ ਆ, ਦੌੜਦੇ ਆ, ਉਹ ਜਿਹੜੀ ਝਾਂਜਰਾਂ ਪਾਈਆਂ ਨੇ ਉਹ ਬਹੁਤਾ ਹੀ ਖੜਾਕ ਕਰਦੀਆਂ ਤੇ ਸੋਹਣੀਆਂ ਲੱਗਦੀਆਂ ਨੇ।
ਹਾਂਜੀ ਕੰਚਨ ਕੀ ਬਰ ਕਿੰਕਨ ਹੈ ਕਟ ਹੀਰੇ ਜਰਾਓ ਜਰੇ ਦਮ ਕਾਵੈ। ਸਿੱਖਾਂ ਨੇ ਬੜੀਆਂ ਬੜੀਆਂ ਕੀਮਤੀ ਵਸਤੂਆਂ ਦਿੱਤੀਆਂ ਨੇ ਜੀ, ਉਹਨਾਂ ਝਾਂਜਰਾਂ 'ਚ ਹੀਰੇ ਮੋਤੀ ਵੀ ਜੜੇ ਹੋਏ ਨੇ ਜੀ। ਹਾਂਜੀ ਪੀਤ ਗਰੇ ਚਗੁਲੀ ਬਹੁ ਚੀਨ ਮਹਾਦੁੱਤ ਤੇ ਤਨ ਚਾਰ ਦੇ ਪਾਵੈ। ਬਹੁਤ ਪਤਲੇ ਤੇ ਪੀਲੇ ਰੰਗ ਦੀ ਝਗਲੀ ਪਾ ਕੇ ਰੱਖਦੇ ਮਹਾਰਾਜ ਛੇਵੇਂ ਪਾਤਸ਼ਾਹ ਜੀ। ਪੀਲਾ ਤੇ ਕੇਸਰੀ ਰੰਗ ਛੇਵੇਂ ਪਾਤਸ਼ਾਹ ਨੂੰ ਬਹੁਤ ਪਸੰਦ ਸੀਗਾ ਜੀ। ਹਾਂਜੀ ਹਾਥ ਮੈਂ ਕੰਕਨ ਛਾਪ ਛਲਾਇਨ ਸੀਸ ਬੇਭੂਖਨ ਸ਼ੋਭ ਬੜਾਵੈ। ਕਹਿਣ ਲੱਗੇ ਹੱਥ ਵਿੱਚ ਵੀ ਗਹਿਣੇ ਪਾਏ ਐ, ਉਹ ਕੜੇ ਪਾਏ ਐ, ਬੜੇ ਫੱਬਦੇ ਐ, ਭੱਜੇ ਫਿਰਦੇ ਐ ਧਰਤੀ ਤੇ, ਕਦੀ ਇੱਧਰ ਕਦੀ ਇੱਧਰ। ਮਹਾਰਾਜ ਦੇ ਚਰਨਾਂ ਦੀ ਸਪੀਡ ਇੰਨੀ ਹੋ ਗਈ ਐ, ਮਾਤਾ ਗੰਗਾ ਜੀ ਪਿੱਛੇ ਨਹੀਂ ਭੱਜ ਪਾਉਂਦੇ ਜੀ। ਸਪੀਡ ਇੰਨੀ ਹੋ ਗਈ ਛੇਵੇਂ ਪਾਤਸ਼ਾਹ ਦੀ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਾਲਕ ਔਰ ਮਿਲੇ ਤਿਸ ਠੌਰ ਮੈਂ ਦੌਰਤ ਹੈ ਅਗਵਾ ਪਿਸ਼ਵਾਰੀ। ਵਾਹ ਵਾਹ। ਫੇਰ ਕੀ ਹੋਇਆ ਜੀ? ਗੁਰੂ ਕੀ ਵਡਾਲੀ ਨਗਰ ਦੇ ਬੱਚਿਆਂ ਦੇ ਭਾਗ ਜਾਗੇ, ਛੋਟੇ ਛੋਟਿਆਂ ਦੇ, ਉਹ ਮਹਾਰਾਜ ਸੱਚੇ ਪਾਤਸ਼ਾਹ ਨਾਲ ਮਿਲ ਕੇ ਤੇ ਖੇਡਣ ਲੱਗ ਪਏ ਜੀ। ਖੇਡਣ ਲੱਗ ਪਏ ਜੀ। ਤੇ ਮਹਾਰਾਜ ਉਹਨਾਂ ਨਾਲ ਨਾ ਛੂ ਛਪਾਈ ਖੇਡਦੇ ਆ। ਛੇਵੇਂ ਪਾਤਸ਼ਾਹ ਅੱਗੇ ਅੱਗੇ ਨੇ, ਬਾਕੀ ਬਾਲਕ ਪਿੱਛੇ ਪਿੱਛੇ ਨੇ। ਕੋਈ ਵੀ ਬਾਲਕ ਛੇਵੇਂ ਪਾਤਸ਼ਾਹ ਦਾ ਮੁਕਾਬਲਾ ਨਹੀਂ ਸੀ ਕਰ ਪਾਉਂਦਾ ਜੀ। ਹਾਂਜੀ ਖੇਲਤ ਹੈ ਬਹੁ ਮੇਲਤ ਰੌਰ ਗੁਰੂ ਹਰ ਗੋਬਿੰਦ ਜੀ ਹਰ ਖਾਈ। ਕਹਿੰਦੇ ਖੇਲਤ ਹੈ ਬਹੁ ਮੇਲਤ ਰੌਰ ਗੁਰੂ ਹਰ ਗੋਬਿੰਦ ਜੀ ਹਰ ਖਾਈ। ਬੱਚੇ ਖੇਡਦੇ ਆ, ਮਿਲਦੇ ਆ। ਇੰਨਾ ਜ਼ਿਆਦਾ ਮਹਾਰਾਜ ਦੇ ਦਰਸ਼ਨ ਕਰਕੇ ਆਮ ਛੋਟੇ ਬਾਲਕ ਜਿਹੜੇ ਖੁਸ਼ ਹੁੰਦੇ, ਉਹਨਾਂ ਦਾ ਜਾਣ ਨੂੰ ਜੀ ਨਹੀਂ ਕਰਦਾ ਜੀ ਛੇਵੇਂ ਪਾਤਸ਼ਾਹ ਤੋਂ ਦੂਰ ਜੀ। ਹਾਂਜੀ ਹੋਏ ਇਕੱਠਤ ਬੈਠਤ ਹੈ ਕਬ ਅੰਗ ਅਮੈਠਤ ਦੇਤ ਪਲਾਈ। ਉਹ ਬਾਲਕ ਇਲਾਕੇ ਦੇ ਇਕੱਠੇ ਹੋ ਕੇ ਆ ਜਾਂਦੇ ਛੇਵੇਂ ਪਾਤਸ਼ਾਹ ਦੇ ਕੋਲ, ਆ ਕੇ ਬੈਠਦੇ ਆ, ਖੇਡਦੇ ਆ। ਮਹਾਰਾਜ ਕਈ ਤਰ੍ਹਾਂ ਦੇ ਕੌਤਕ ਕਰਕੇ ਵਿਖਾਉਂਦੇ ਜੀ ਉਹਨਾਂ ਨੂੰ। ਸੁੰਦਰ ਮੰਦਰ ਅੰਦਰ ਹੋਇ ਕਬ ਬਾਹਰ ਰੋਕਤ ਹੋਇ ਭੱਜ ਜਾਈ। ਗੱਜ ਕੇ ਆਖੋ ਸੁੰਦਰ ਮੰਦਰ ਅੰਦਰ ਹੋਇ ਕਬ। ਕਦੀ ਤੇ ਸੋਹਣੇ ਘਰਾਂ 'ਚ ਚਲ ਜਾਂਦੇ ਆ, ਕਦੀ ਮਹਾਰਾਜ ਗਲੀ ਦੇ ਵਿੱਚ ਦੌੜਨ ਲੱਗ ਪੈਂਦੇ ਆ। ਤੇ ਰੋਕਤ ਹੈ ਭੱਜ ਜਾਈ। ਜਦੋਂ ਰੋਕਦੇ ਆ ਨਾ ਕੋਈ ਮਹਾਰਾਜ ਨੂੰ ਵੀ ਨਾ ਉਧਰ ਜਾਓ, ਮਹਾਰਾਜ ਜਾਣ ਕੇ ਹੀ ਉਧਰ ਜਾਂਦੇ ਆ ਜੀ। ਖੇਡ ਹੈ ਨਾ, ਬਾਲਕਾਂ ਵਾਲੀ ਲੀਲਾ ਕਰ ਰਹੇ ਆ। ਹਾਂਜੀ ਗ੍ਰਾਮ ਵਡਾਲੀ ਕੇ ਬਾਲਕ ਜੇ ਕਹਿੰਦੇ ਜਿਹੜੇ ਵੀ ਵਡਾਲੀ ਪਿੰਡ ਦੇ ਬੱਚੇ ਨੇ, ਛੋਟੇ ਬਾਲਕ ਨੇ, ਹਾਂਜੀ ਵੱਡ ਭਾਗ ਪਰੇ ਇਮ ਖੇਲਤ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਜੀ ਉਹਨਾਂ ਬੱਚਿਆਂ ਦੇ ਬੜੇ ਵੱਡੇ ਭਾਗ ਨੇ। ਕਿਉਂ? ਉਹਨਾਂ ਬੱਚਿਆਂ ਨੂੰ ਨਹੀਂ ਪਤਾ ਉਹ ਕਿਹਦੇ ਨਾਲ ਖੇਡ ਰਹੇ ਨੇ। ਹੋ ਸਕਦਾ ਉਹਨਾਂ ਬੱਚਿਆਂ ਦੀ ਵੀ ਪੂਰਬਲੀ ਭਗਤੀ ਹੋਵੇ, ਤਾਂ ਜਾ ਕੇ ਛੇਵੇਂ ਪਾਤਸ਼ਾਹ ਦੇ ਮਿੱਤਰ ਬਣੇ ਨੇ ਜੀ ਉਹ ਜੀ। ਹਾਂਜੀ ਸ਼੍ਰੀ ਹਰਗੋਬਿੰਦ ਸੰਗ ਮਿਲੇ ਬਹੁ ਸਵਾਦ ਕੇ ਭੋਜਨ ਪੇਲਤ ਹੈ। ਕਹਿੰਦੇ ਸ਼੍ਰੀ ਹਰਗੋਬਿੰਦ ਕੇ ਸੰਗ ਮਿਲੇ ਬਹੁ ਸਵਾਦ ਕੇ ਭੋਜਨ ਮੇਲਤ ਹੈ। ਉਹ ਮਹਾਰਾਜ ਕੋ ਤੇ ਪਦਾਰਥਾਂ ਦੀ ਕਮੀ ਨਹੀਂ ਜੀ। ਛੇਵੇਂ ਪਾਤਸ਼ਾਹ ਜਿੱਧਰ ਜਾਂਦੇ ਕੋਈ ਲੱਡੂ ਦੇ ਦਿੰਦਾ, ਕੋਈ ਜਲੇਬੀਆਂ ਦੇ ਦਿੰਦਾ, ਕੋਈ ਫਲ ਦੇ ਦਿੰਦਾ ਜੀ। ਉਹ ਗੁਰੂ ਸਾਹਿਬ ਜੀ ਦੇ ਬਹਾਨੇ ਬੱਚਿਆਂ ਨੂੰ ਵੀ ਬੜਾ ਕੁਝ ਮਿਲਦਾ ਜੀ। ਵਡਾਲੀ ਪਿੰਡ ਦੇ ਬੱਚੇ ਬੜੇ ਖੁਸ਼ ਹੁੰਦੇ ਨੇ ਜੀ। ਹਾਂਜੀ ਦਇਓਸ ਸਬੈ ਨਹਿ ਪਾਸ ਤਜੈ। ਉਹ ਤੇ ਫਿਰ ਸਾਰੀ ਸਾਰੀ ਦਿਹਾੜੀ ਬੱਚੇ ਜਿਹੜੇ ਨੇ ਉਹ ਛੇਵੇਂ ਪਾਤਸ਼ਾਹ ਦੇ ਕੋਲ ਹੀ ਰਹਿੰਦੇ ਨੇ ਜੀ। ਹਾਂਜੀ ਮਿਲ ਆਪਸ ਮੈਂ ਬਲ ਰੇਲਤ ਹੈ। ਤੇ ਆਪਸ ਵਿੱਚ ਸਾਧ ਸੰਗਤ ਜੀ ਮਿਲ ਕੇ ਜਦੋਂ ਖੇਲਦੇ ਆ, ਮਹਾਰਾਜ ਸੱਚੇ ਪਾਤਸ਼ਾਹ ਜ਼ੋਰ ਵੀ ਲਵਾਉਂਦੇ ਉਹਨਾਂ ਕੋਲੋਂ ਜੀ। ਕੱਜ ਕੇ ਆਖੋ ਸਾਰੇ ਬੱਚੇ ਇੱਕ ਪਾਸੇ ਤੇ ਛੇਵੇਂ ਪਾਤਸ਼ਾਹ ਜ਼ੋਰ ਲਾਉਣ ਦੀ ਇਕੱਲੇ ਇੱਕ ਪਾਸੇ ਜੀ। ਹਾਂਜੀ ਆਪ ਦਿਖਾਏ ਕਰੇ ਕੁਸ਼ਤੀ। ਵੇਖਦਿਆਂ ਵੇਖਦਿਆਂ ਹੀ, ਛੋਟਾ ਸਰੂਪ ਹੈ ਅਜੇ, ਵੇਖਦਿਆਂ ਵੇਖਦਿਆਂ ਛੇਵੇਂ ਪਾਤਸ਼ਾਹ ਕੁਸ਼ਤੀ ਵੀ ਖੇਡਣ ਲੱਗ ਪਏ ਜੀ। ਵੇਖਦਿਆਂ ਵੇਖਦਿਆਂ ਹੀ ਜੀ। ਹਾਂਜੀ ਗਹਿ ਹੱਥਨ ਸਾਥ ਧਕੇਲਤ ਹੈ। ਕਹਿੰਦੇ ਇਸ ਤਰ੍ਹਾਂ ਹੱਥ ਕਰਕੇ ਨਾ, ਇਸ ਤਰ੍ਹਾਂ ਹੱਥ
ਮਹਾਰਾਜ ਧਕੇਲਦੇ ਸਨ, ਬੱਚੇ ਪਰਾਂ ਹੀ ਜਾਂਦੇ ਸਨ ਜੀ। ਕੋਈ ਬਲ ਦਾ ਮੁਕਾਬਲਾ ਥੋੜੀ ਕਰ ਸਕਦਾ ਜੀ। ਬਾਹੂਬਲੀ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ। ਹਾਂਜੀ। ਦੋਹਰਾ ਇਸ ਪ੍ਰਕਾਰ ਕ੍ਰੀੜਤ ਪ੍ਰਭੂ। ਇਸ ਤਰੀਕੇ ਨਾਲ ਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਬਾਲਕਾਂ ਨਾਲ ਖੇਡਾਂ ਖੇਡਦੇ ਆ, ਛੂਛ ਛਪਾਈ ਖੇਡਦੇ ਆ, ਕੁਸ਼ਤੀ ਕਰਦੇ ਆ, ਜ਼ੋਰ ਲਾਉਂਦੇ ਆ, ਸਾਰੀ ਦਿਹਾੜੀ ਪਦਾਰਥ ਆਉਂਦੇ ਰਹਿੰਦੇ ਆ। ਬੜੇ ਆਨੰਦ ਮੰਗਲ ਵਡਾਲੀ ਵਿੱਚ ਹੋ ਰਹੇ ਨੇ। ਖੇਲਤ ਖੇਲ ਵਿਸਾਲ। ਬੜੇ ਖੇਡ ਮਹਾਰਾਜ ਸੱਚੇ ਪਾਤਸ਼ਾਹ ਖੇਡਦੇ ਆ। ਕਵੀ ਸੰਤੋਖ ਸਿੰਘ ਜੀ ਦਾ ਇਸ਼ਾਰਾ ਸਮਝਿਓ। ਉਹ ਕਹਿੰਦੇ ਵੇਖਣ ਨੂੰ ਲੱਗਦਾ ਬੱਚਿਆਂ ਵਾਲੀਆਂ ਖੇਡਾਂ, ਬੱਚਿਆਂ ਵਾਲੀਆਂ ਨਹੀਂ ਚ ਖੇਲਤ ਖੇਲ ਵਿਸਾਲ। ਇਹਦੇ ਵਿੱਚ ਮਹਾਰਾਜ ਵੱਡੀਆਂ ਖੇਡਾਂ ਹੀ ਖੇਡ ਜਾਂਦੇ ਆ। ਕੋਈ ਨਹੀਂ ਪਤਾ ਕਿਹਨੂੰ ਤਾਰ ਜਾਂਦੇ ਆ ਜੀ। ਹਾਂਜੀ। ਮਿਲਹਿ ਜਾਲ ਬਾਲਕ ਲਲਿਤ। ਛੋਟੇ ਛੋਟੇ ਬੱਚਿਆਂ ਦਾ ਸਮੂਹ ਮਹਾਰਾਜ ਨੂੰ ਆ ਕੇ ਮਿਲਦਾ ਹੈ। ਮਹਾਰਾਜ ਉਹਨਾਂ ਨਾਲ ਖੇਡਦੇ ਆ। ਨਿਸਮਹਿ ਨਿਜ ਨਿਜ ਸਾਲ। ਰਾਤ ਨੂੰ ਹੀ ਘਰ ਜਾਂਦੇ, ਦਿਨੇ ਨਹੀਂ ਕੋਈ ਘਰ ਜਾਂਦਾ ਜੀ। ਦਿਨੇ ਤੇ ਸਾਰੀ ਦਿਹਾੜੀ ਛੇਵੇਂ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਜੀ ਸਾਰੇ। ਆਖੋ ਵਾਹਿਗੁਰੂ ਵਾਹਿਗੁਰੂ। ਸ਼੍ਰੀ ਅਰਜਨ ਹੋਏ ਜਾਮਨੀ, ਆਵੇਂ ਅਜਰ ਮਝਾਰ। ਦੋਹਰਾ ਸ਼੍ਰੀ ਅਰਜਨ ਹੋਏ ਜਾਮਨੀ। ਜਦੋਂ ਰਾਤ ਪੈ ਜਾਂਦੀ ਹੈ ਨਾ, ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਕੇ ਮਹਿਲਾਂ ਵਿੱਚ ਆਉਂਦੇ, ਜਿੱਥੇ ਜਨਮ ਸਥਾਨ ਹੈ ਗੁਰੂ ਘਰ। ਹਾਂਜੀ। ਬੈਠ ਪਰਅੰਕ ਬਿਰਾਜਤੇ, ਸਭ ਸੁਖ ਕੇ ਦਾਤਾਰ। ਸਭ ਸੁੱਖਾਂ ਨੂੰ ਦੇਣ ਵਾਲੇ ਦਾਤਾਰ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਲੰਗੇ ਤੇ ਬਹਿ ਜਾਂਦੇ ਰਾਤ ਨੂੰ ਆ ਕੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਰਾਤ ਨੂੰ ਘਰ ਆ ਕੇ ਬੈਠਦੇ ਮਹਾਰਾਜ। ਹਾਂਜੀ। ਸਵਈਆ ਹਾਥ ਕੋ ਜੋਰ ਕੈ ਗੰਗ ਬਖਾਨੰਤ। ਜਦੋਂ ਮਹਾਰਾਜ ਘਰ ਆਉਂਦੇ ਆ ਤੇ ਮਾਤਾ ਗੰਗਾ ਜੀ ਕੀ ਕਰਦੇ ਭਲਾ? ਹੱਥ ਜੋੜ ਲੈਂਦੇ। ਤੁਸੀਂ ਵੀ ਜੋੜੋ। ਆਖੋ ਵਾਹਿਗੁਰੂ ਵਾਹਿਗੁਰੂ। ਮਾਤਾ ਜੀ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦੇ ਆ। ਆਪ ਮਹਾਮਤ ਦੇਤ ਸਭੈ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਤੇ ਸਾਰਿਆਂ ਨੂੰ ਹੀ ਚੰਗੀ ਮੱਤ ਦਿੰਦੇ ਹੋ, ਸ੍ਰੇਸ਼ਟ ਮੱਤ ਦਿੰਦੇ ਹੋ। ਹਾਂਜੀ। ਮੋਹਰੇ ਦਾ ਡਰ ਪੰਤ ਰਹੈ। ਪਰ ਮੇਰਾ ਹਿਰਦਾ ਡਰਦਾ ਹੀ ਰਹਿੰਦਾ ਜੀ। ਮੇਰਾ ਮਨ ਡਰਦਾ ਰਹਿੰਦਾ ਹੈ। ਇਸ ਹੇਤ ਕਰਉ ਬੇਨਤੀ ਸੋ ਅਬੈ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਆ। ਮਹਾਰਾਜ ਸੁਣਿਓ ਧਿਆਨ ਨਾਲ। ਮਹਾਰਾਜ ਪਲੰਗੇ ਤੇ ਬੈਠੇ ਆ। ਮਾਤਾ ਗੰਗਾ ਜੀ ਆਪਣੇ ਮਨ ਦੀ ਗੱਲ ਦੱਸਣ ਲੱਗੇ ਮਹਾਰਾਜ ਨੂੰ। ਬ੍ਰਿੰਦ ਬੜੇ ਉਤਪਾਤ ਕੇ ਘਾਤਕ। ਸੱਚੇ ਪਾਤਸ਼ਾਹ ਗਰੀਬ ਨਵਾਜ ਤੁਸੀਂ ਵੇਖਿਆ ਆਪ ਜੀ ਦੇ ਵੱਡੇ ਭਰਾ ਨੇ ਪਹਿਲਾਂ ਵੀ ਬੜਾ ਕੁਝ ਕੀਤਾ ਮਹਾਰਾਜ। ਜਦੋਂ ਗੁਰਤਾ ਗੱਦੀ ਦੇਣ ਲੱਗੇ ਉਦੋਂ ਵੀ ਬੜਾ ਰੌਲਾ ਪਾਇਆ ਜੀ। ਹੁਣ ਵੀ ਮਹਾਰਾਜ ਕਈ ਕੁਝ ਕਰ ਰਹੇ ਨੇ। ਆਪ ਸਮਰੱਥ ਜਬੈ ਰੋਕਬੈ। ਪਰ ਮਹਾਰਾਜ ਤੁਸੀਂ ਸਮਰੱਥ ਹੋ, ਮੈਨੂੰ ਤੁਹਾਡੇ 'ਚ ਕੋਈ ਸ਼ੰਕਾ ਨਹੀਂ ਹੈਗਾ। ਮਹਾਰਾਜ ਤੁਸੀਂ ਆਪ ਪਾਰ ਬ੍ਰਹਮ ਪਰਮੇਸ਼ਰ ਹੋ। ਸੱਚੇ ਪਾਤਸ਼ਾਹ ਹੋਏ ਨਾ ਕੋ ਬਿਘਨਾ ਤਿਸ ਥਾਨ, ਜਹਾਂ ਤੁਮ ਨਾਮ ਉਚਾਰ ਤਬੈ। ਆਖੋ ਵਾਹਿਗੁਰੂ। ਮਾਤਾ ਗੰਗਾ ਜੀ ਦੀ ਸ਼ਰਧਾ ਹੈ। ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਮੈਨੂੰ ਇਹ ਵੀ ਪਤਾ ਹੈ ਜਿੱਥੇ ਤੁਹਾਡਾ ਨਾਮ ਲਿਆ ਜਾਵੇ ਉੱਥੇ ਬਿਘਨ ਨਾਸ਼ ਹੋ ਜਾਂਦੇ ਨੇ। ਕਹਿੰਦੇ ਨਾ ਆਪਾਂ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ। ਮਹਾਰਾਜ ਜਿੱਥੇ ਕੋਈ ਤੁਹਾਡਾ ਨਾਮ ਲਵੇ ਉਹਦੇ ਬਿਘਨ ਨਾਸ਼ ਹੋ ਜਾਂਦੇ ਆ। ਆਏ ਬਸੇ ਹਮ ਗ੍ਰਾਮ ਬਿਖੈ ਕਰ, ਬ੍ਰਿੰਦ ਉਪਾਇਨ ਕੋ ਨੰਦਨ ਪਾਇਓ। ਤੇ ਆਏ ਬਸੈ ਹਮ ਗ੍ਰਾਮ ਬਿਖੈ। ਮਹਾਰਾਜ ਜਦੋਂ ਦੇ ਅਸੀਂ ਇਸ ਪਿੰਡ ਵਿੱਚ ਆਏ ਆ ਸੱਚੇ ਪਾਤਸ਼ਾਹ, ਚਲੋ ਇੱਥੇ ਆ ਕੇ ਸਾਡੇ ਘਰ ਸਾਹਿਬਜ਼ਾਦਾ ਜੀ ਹੋਏ, ਪੁੱਤਰ ਦਾ ਜਨਮ ਹੋਇਆ। ਹਾਂਜੀ। ਸੁੰਦਰ ਰੂਪ ਬਿਲੰਦ ਆਨੰਦਕ, ਏਕ ਆਹੈ ਨਾ ਦੁਤੀ ਉਪਜਾਇਓ। ਇਹ ਵੀ ਮੈਨੂੰ ਪਤਾ ਹੈ ਵੀ ਮੇਰੇ ਪੁੱਤ ਵਰਗਾ ਦੂਜਾ ਕੋਈ ਦੁਨੀਆ ਤੇ ਨਹੀਂ ਹੈਗਾ। ਕਹਿਣ ਲੱਗੇ ਜਿੰਨਾ ਪੁੱਤਰ ਮੇਰਾ ਸੋਹਣਾ ਹੈ, ਜਿੰਨਾ ਤੇਜ ਪ੍ਰਤਾਪ ਉਹਨਾਂ ਦਾ, ਉਹਨਾਂ ਕਿਸੇ ਹੋਰ ਦਾ ਨਹੀਂ ਹੈਗਾ। ਸ਼੍ਰੀ ਗੁਰੂ ਨਾਨਕ ਆਪ ਦਇਆ ਕਰ, ਹਾਥ ਦੇ ਜਾਨ ਕੈ ਦਾਸ ਬਚਾਇਓ। ਪਰ ਹਮਲੇ ਬੜੇ ਹੋ ਰਹੇ ਮਹਾਰਾਜ ਇਹਨਾਂ ਤੇ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਹਰ ਵਾਰ ਹਮਲਿਆਂ ਤੋਂ ਬਚਾਇਆ ਸਾਡੇ ਪੁੱਤਰ ਨੂੰ।
ਧਾਏ ਮਹਾ ਅਪਰਾਧਨ ਤੇ ਇਸ ਪੰਨੰਗ ਤੇ ਸੁਖ ਸੋ ਉਬਾਰਿਓ। ਭਾਵੇਂ ਦਾਈ ਵਾਲੀ ਗੱਲ ਸੀ ਜਾਂ ਸੱਪ ਵਾਲੀ ਗੱਲ ਸੀਗੀ, ਮਹਾਰਾਜ ਮੈਂ ਮੰਨਦੀ ਆ ਕਿ ਸਾਡੀ ਰਾਖੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ। ਹਾਂਜੀ, ਆਪ ਚਲੋ ਆਪਣੇ ਪੁਰ ਕੋ। ਪਰ ਮੈਂ ਫਿਰ ਵੀ ਕਹਿੰਨੀ ਆ ਮਹਾਰਾਜ ਅੰਮ੍ਰਿਤਸਰ ਚੱਲੀਏ, ਹੁਣ ਆਪਣੀ ਨਗਰੀ ਨੂੰ ਚੱਲੀਏ, ਆਪਣੀ ਪੁਰੀ ਨੂੰ ਚੱਲੀਏ। ਤਹਿ ਬਾਸ ਕਰੋ ਬਿਘਨੋ ਨਹਿ ਹੋਵੈ। ਆਪਣੇ ਘਰ ਨੇ, ਆਪਣੀ ਨਗਰੀ ਹੈ, ਉੱਥੇ ਜਾ ਕੇ ਰਵਾਂਗੇ, ਵੇਖ ਲਾਂਗੇ ਫਿਰ ਕੀ ਹੁੰਦਾ। ਉੱਥੇ ਕੋਈ ਵਿਘਨ ਨਹੀਂ ਪੈਣਾ। ਗੱਜ ਕੇ ਆਖੋ ਵਾਹਿਗੁਰੂ। ਹੈ ਤਾਂ ਟੈਂਪਰੇਰੀ ਆਏ ਨੇ ਨਾ ਮਹਾਰਾਜ ਇੱਥੇ। ਹਾਂਜੀ, ਅਸਲ ਨਗਰ ਜਿਹੜਾ ਘਰ ਹੈ ਉਹ ਤੇ ਅੰਮ੍ਰਿਤਸਰ ਹੀ ਹੈ ਨਾ ਜੀ। ਹਾਂਜੀ, ਸੇਵਕ ਬ੍ਰਿੰਦ ਬਸੈ ਸਭ ਸੇਵੈ। ਉੱਥੇ ਮਹਾਰਾਜ ਸਭ ਤੁਹਾਡੇ ਸਿੱਖ ਸੇਵਕ ਰਹਿੰਦੇ ਆ, ਬੜੇ ਚਾਅ ਦੇ ਨਾਲ ਤੁਹਾਡੀ ਸੇਵਾ ਕਰਨਗੇ। ਚਿੰਤ ਤਾਹਾਂ ਬਸ ਕਹਿ ਹਮ ਖੋਵੈ। ਤੇ ਮੈਨੂੰ ਵੀ ਚਿੰਤਾ ਨਹੀਂ ਰਹੇਗੀ ਮਹਾਰਾਜ, ਮੈਨੂੰ ਵੀ ਚਿੰਤਾ ਨਹੀਂ ਰਹੇਗੀ। ਹਾਂਜੀ, ਈਖਦ ਗ੍ਰਾਮ ਬਿਖੈ ਬਸਤੇ ਨਰ ਬ੍ਰਿੰਦ ਨਹੀਂ ਪੁਰ ਜਿਤਕ ਜੋਵੈ। ਗੱਜ ਕੇ ਆਖੋ ਮਹਾਰਾਜ ਇਸ ਪਿੰਡ 'ਚ ਸਾਡੇ ਸਿੱਖ ਥੋੜੇ ਨੇ, ਪਿੰਡ ਵਾਲੇ ਵੀ ਪਿਆਰ ਕਰਦੇ ਆ, ਪਰ ਸਾਡੇ ਸਿੱਖ ਥੋੜੇ ਨੇ ਮਹਾਰਾਜ ਇੱਥੇ। ਹਾਂਜੀ, ਥਾਨ ਬਡੇਨ ਕੋ ਬਾਸ ਕਰੋ ਸੁਖ ਰਾਸ ਤਹਾਂ ਨਿਸ਼ਚਿੰਤ ਹੀ ਸੋਵੈ। ਤੇ ਮੈਨੂੰ ਹਰ ਵਕਤ ਡਰ ਲੱਗਾ ਰਹਿੰਦਾ, ਸਿੱਖ ਇੱਥੇ ਥੋੜੇ ਨੇ ਤੇ ਮਹਾਰਾਜ ਆਪਾਂ ਵੱਡਿਆਂ ਦੀ ਥਾਂ ਤੇ ਜਾ ਕੇ ਰਹੀਏ, ਉੱਥੇ ਸਾਨੂੰ ਸੁੱਖ ਮਿਲਣਗੇ। ਮਾਤਾ ਗੰਗਾ ਜੀ ਨੇ ਭੈ ਵਿੱਚ ਰਹਿ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ ਜੀ। ਹਾਂਜੀ, ਸ਼੍ਰੀ ਗੁਰੂ ਨਾਥ ਪਨਿਓ ਡਰ ਨਾ ਉਰ। ਗੱਜ ਕੇ ਆਖੋ। ਤੇ ਮਹਾਰਾਜ ਪਲੰਗੇ ਤੇ ਬੈਠੇ, ਮਾਤਾ ਗੰਗਾ ਜੀ ਨੂੰ ਕਹਿਣ ਲੱਗੇ, ਗੰਗਾ ਜੀ ਐਵੇਂ ਨਾ ਮਨ ਵਿੱਚ ਡਰਦੇ ਰਹੋ, ਕਹਿਣ ਲੱਗੇ ਡਰੋ ਨਾ, ਕਹਿਣ ਲੱਗੇ। ਬਾਲਕ ਕੇ ਰਖਵਾਰ ਰਮਾਪਤ। ਬਾਲਕ ਦੀ ਰਾਖੀ ਕਰਨ ਵਾਲੇ ਵਾਹਿਗੁਰੂ ਜੀ ਆਪ ਹਨ। ਮਾਤਾ ਜੀ ਨੂੰ ਮਹਾਰਾਜ ਮੋਹ ਪਾ ਦਿੰਦੇ ਨਾ ਛੇਵੇਂ ਪਾਤਸ਼ਾਹ। ਹਾਂਜੀ, ਭਾਵੀ ਟਰੇ ਨਹਿ ਕੋ ਕਿਤ ਜਾਏ। ਥਾਂ ਬਦਲਣ ਦੇ ਨਾਲ ਭਾਵੀ ਨਹੀਂ ਟਲ ਜਾਂਦੀ, ਕਹਿਣ ਲੱਗੇ ਜੋ ਹੋਣਾ ਉਹ ਹੋਣਾ ਹੀ ਹੈ, ਕਹਿਣ ਲੱਗੇ। ਕਈ ਬੰਦੇ ਕਹਿੰਦੇ ਥਾਂ ਬਦਲ ਦਈਏ ਜੀ, ਦੇਸ਼ ਬਦਲ ਦਈਏ, ਕਹਿੰਦੇ ਨਹੀਂ, ਜੋ ਹੋਣਾ ਉਹ ਹੋ ਕੇ ਰਹਿਣਾ, ਕਹਿਣ ਲੱਗੇ। ਬਨੈ ਤਿਸ ਰੀਤ ਮਿਟੈ ਨਾ ਕਦਾਚਿਤ। ਜੋ ਲਿਖਿਆ ਮਹਾਰਾਜ ਕਹਿੰਦੇ ਉਹ ਤੇ ਹੋਣਾ ਹੀ ਹੈ, ਜਗ੍ਹਾ ਬਦਲਣ ਨਾਲ ਕੀ ਹੋ ਜਾਣਾ। ਹਾਂਜੀ, ਆਸ ਕਰੋ ਪਰਮੇਸ਼ਰ ਕੀ ਜਿਸ ਤੇ ਨਹਿ ਔਰ ਬੜੋ ਸੁਖ ਦਾ ਹਿਤ। ਆਸ ਕਰੋ ਪਰਮੇਸ਼ਰ ਕੀ ਜਿਸ। ਗੱਜ ਕੇ ਆਖੋ ਵਾਹਿਗੁਰੂ। ਆਸ ਕਰੋ ਪਰਮੇਸ਼ਰ ਕੀ। ਮਹਾਰਾਜ ਕਹਿਣ ਲੱਗੇ ਗੰਗਾ ਜੀ ਆਸ ਕਰਨੀ ਤੇ ਇੱਥੇ ਬੈਠ ਕੇ ਵਾਹਿਗੁਰੂ ਦਾ ਨਾਮ ਜਪੋ, ਕਹਿਣ ਲੱਗੇ ਜਿਸ ਤੇ ਨਹਿ ਔਰ ਬੜੋ ਸੁਖ ਦਾ ਹਿਤ। ਭਲਾ ਪਰਮੇਸ਼ਰ ਦੇ ਨਾਮ ਤੋਂ ਵੀ ਵੱਡੀ ਸੁੱਖ ਦੇਣ ਵਾਲੀ ਚੀਜ਼ ਕੋਈ ਹੋਰ ਹੈਗੀ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤਰਾਸ ਬਿਨਾ ਕਿਮ ਤਰਾਸ ਕਰੈ ਸਿਮਰੋ ਸਤ ਨਾਮ ਬਿਸਾਲ ਸਦਾ ਚਿਤ। ਡਰ ਬਿਨਾ ਕਿਵੇਂ ਡਰ ਰੱਖਦੇ ਹੋ, ਕਹਿਣ ਲੱਗੇ ਭਾਵ ਡਰ ਨਾ ਰੱਖੋ ਤੇ ਵਾਹਿਗੁਰੂ ਦਾ ਸਿਮਰਨ ਕਰੋ ਬੈਠ ਕੇ, ਕਹਿਣ ਲੱਗੇ। ਸਾਡੇ ਪੁੱਤਰ ਦੇ ਰਾਖੇ ਮਹਾਰਾਜ ਗੁਰੂ ਨਾਨਕ ਸਾਹਿਬ ਹਨ, ਕਹਿਣ ਲੱਗੇ। ਅਸਲ 'ਚ ਮਾਤਾ ਜੀ ਨੂੰ ਬਹੁਤੀ ਚਿੰਤਾ, ਜਿਸ ਮਾਂ ਦੇ ਪੁੱਤਰ ਨੂੰ 2 ਵਾਰੀ ਮਰਵਾਉਣ ਦਾ ਯਤਨ ਕੀਤਾ ਹੋਵੇ, ਚਿੰਤਾ ਤੇ ਹੁੰਦੀ ਹੈ ਜੀ। ਹਾਂਜੀ, ਗੂੜ ਮਹਾ ਕਪਟੀ ਪ੍ਰਿਥਿਆ ਨਹਿ ਦੇਖ ਸਕੈ ਪਰ ਕੀ ਵਡਿਆਈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਵੀ ਦੱਸਿਆ। ਮਹਾਰਾਜ ਕਹਿੰਦੇ ਗੰਗਾ ਜੀ ਸਾਨੂੰ ਇਹ ਵੀ ਪਤਾ ਹੈ ਸਾਡਾ ਭਰਾ ਸਾਡੀ ਵਡਿਆਈ ਨਹੀਂ ਵੇਖ ਰਿਹਾ, ਕਹਿਣ ਲੱਗੇ। ਹਾਂਜੀ, ਬਾਹਰ ਪ੍ਰੇਮ ਕਰੇ ਹਿਤ ਭਾਖਤ। ਬਾਹਰੋਂ ਪ੍ਰੇਮ ਵਾਲੀਆਂ ਗੱਲਾਂ ਕਰਦਾ, ਗੁਰੂ ਸਾਹਿਬ ਨੂੰ ਸਭ ਪਤਾ ਹੈ ਜੀ। ਅੱਜ ਕੇ ਆਖੋ ਵਾਹਿਗੁਰੂ। ਬਾਬੇ ਪ੍ਰਿਥੀਏ ਦੀ ਗੱਲ ਤੇ ਜਗ ਜਾਹਰ ਹੈ ਨਾ ਜੀ, ਉਂਝ ਵੀ ਮਹਾਰਾਜ ਨੂੰ ਪਤਾ ਹੈ ਜੀ। ਮਹਾਰਾਜ ਕਹਿਣ ਲੱਗੇ ਬਾਹਰੋਂ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ, ਰਾਖਤ ਖੋਟ ਹਿਰਦੈ ਦੁਸ਼ਟਾਈ। ਅੰਦਰ ਪੋਲ ਹੀ ਹੈ, ਹਿਰਦਾ ਖੋਟਾ ਹੈ, ਅੰਦਰ ਦੁਸ਼ਟਤਾਈ ਰੱਖੀ ਹੋਈ ਹੈ।
हेरत ही हमको दुख पावत। ਮਹਾਰਾਜ ਕਹਿੰਦੇ ਗੰਗਾ ਜੀ ਅਸੀਂ ਉੱਥੇ ਜਾ ਕੇ ਰਵਾਂਗੇ, ਸਾਨੂੰ ਬਾਬਾ ਪ੍ਰਿਥੀਆ ਵੇਖ ਵੇਖ ਕੇ ਹੋਰ ਦੁਖੀ ਹੋਏਗਾ। ਕਹਿਣ ਲੱਗੇ ਕੀ ਫਾਇਦਾ ਹੈਗਾ, ਕਹਿਣ ਲੱਗੇ याहित ठान अनेक उपाई। ਉਹ ਦੁਖੀ ਹੈ ਇਸੇ ਕਰਕੇ ਤੇ ਕਈ ਯਤਨ ਕਰ ਰਿਹਾ। ਮਹਾਰਾਜ ਕਹਿਣ ਲੱਗੇ ਵੇਖ ਲੋ, ਮਹਾਰਾਜ ਚਾਹੁੰਦੇ ਬਾਬੇ ਪ੍ਰਿਥੀਏ ਦਾ ਮਨ ਬਦਲ ਸਕਦੇ ਸੀਗੇ ਜੀ, ਪਰ ਐਸਾ ਨਹੀਂ ਕੀਤਾ। ਕਿਉਂ? ਸਾਨੂੰ ਕਿਵੇਂ ਸਮੱਤ ਆਏਗੀ ਜੀ ਇਹੋ ਜਿਹੇ ਮਾਹੌਲ 'ਚ ਰਹਿਣ ਦੀ ਜੀ, ਸਾਨੂੰ ਕਿਵੇਂ ਸਮੱਤ ਮਿਲੇਗੀ ਜੀ। या तेरा हो इस ते होए दूर, भली ना श्रीकन की कुट लाई। ਇਸ ਕਰਕੇ ਦੂਰ ਹੀ ਰਹੋ। ਕਹਿਣ ਲੱਗੇ ਅਜੇ ਤੇ ਉੱਥੇ ਜਾ ਕੇ ਕੀ ਕਰੋਗੇ? ਕਹਿਣ ਲੱਗੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ यों कह श्री गुर तूषण कीन, ਵਿਚਾਰਤ ਨਾਰ ਸੁਭਾਵ ਸਤਰਾਸਾ। ਮਹਾਰਾਜ ਇਹ ਕਹਿ ਕੇ ਚੁੱਪ ਹੋ ਗਏ ਤੇ ਵਿਚਾਰ ਕੀਤੀ ਵੀ ਬੀਬੀਆਂ ਨੂੰ ਡਰ ਲੱਗ ਹੀ ਜਾਂਦਾ ਜੀ। ਗੱਤ ਕੇ ਆਖੋ ਕੁਦਰਤੀ ਪਰਮੇਸ਼ਰ ਨੇ ਸੁਭਾਅ ਬਣਾਇਆ ਜੀ, ਬੀਬੀਆਂ ਦਿਵਾਲੇ ਨਾ ਹੋ ਜਿਓ ਮੇਰੇ। ਹੈ ਪਰਮੇਸ਼ਰ ਨੇ ਸੁਭਾਅ ਬਣਾਇਆ ਜੀ। ਹਰ ਗੱਲ ਦੀ ਚਿੰਤਾ ਲੱਗ ਜਾਂਦੀ ਹੈ, ਹਰ ਗੱਲ ਦੀ ਚਿੰਤਾ ਲੱਗਦੀ। ਪੁੱਤਰ ਮੋਹ ਹੈ ਨਾ ਜੀ, ਪੁੱਤਰ ਮੋਹ ਕਰਕੇ ਡਰ ਜ਼ਿਆਦਾ ਲੱਗਾ ਜੀ। ਹਾਂਜੀ ਸੋਚਤ ਹੈ ਸੁਤ ਧਾਰ ਸਨੇ ਕੋ। ਮਹਾਰਾਜ ਸੱਚੇ ਪਾਤਸ਼ਾਹ ਸੋਚ ਰਹੇ ਵੀ ਇਹ ਜ਼ਿਆਦਾ ਹੀ ਪਿਆਰ ਕਰਦੇ ਛੇਵੇਂ ਪਾਤਸ਼ਾਹ ਨੂੰ। ਹਾਂਜੀ ਜਾਣਤ ਹੈ ਨਾ ਇਹ ਹੈ ਬਲ ਰਾਸਾ। ਪਰ ਇਹ ਗੰਗਾ ਜੀ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਪੁੱਤਰ ਵਿੱਚ ਇੰਨਾ ਬਲ ਹੈ ਜਿੰਨਾ ਕਿਸੇ ਵਿੱਚ ਨਹੀਂ ਹੈਗਾ ਜੀ। ਇਹ ਤਾਂ ਬਲ ਦੀ ਰਾਸ ਹੈ, ਬਲ ਦਾ ਖਜ਼ਾਨਾ ਨੇ। ਹਾਂਜੀ ਧੀਰਜ ਸ਼ੋਰ ਡਰਾਕੁਲ ਬੋਲਤ। ਐਵੇਂ ਹੀ ਗੰਗਾ ਜੀ ਧੀਰਜ ਵਾਲੀਆਂ ਗੱਲਾਂ ਛੱਡ ਕੇ ਤੇ ਡਰਾਕਲ ਵਾਲੇ ਭਾਵ ਡਰੇ ਹੋਏ ਬਚਨ ਕਰਨ ਦੇ ਨੇ। ਬਾਕ ਸੁਨੇ ਅਸ ਹੋਤ ਉਦਾਸਾ। ਇਧਰੋਂ ਉਧਰੋਂ ਗੱਲਾਂ ਸੁਣ ਕੇ ਉਦਾਸ ਹੋ ਜਾਂਦੇ ਨੇ ਗੰਗਾ ਜੀ। ਮਹਾਰਾਜ ਆਪਣੇ ਮਨ 'ਚ ਸੋਚ ਰਹੇ ਜੀ। ਹਾਂਜੀ ਚਾਹਤ ਹੈ ਪੁਰ ਮੈਂ ਬਸ ਬੇਕਹੋ, ਪਾਸ ਸ਼ਰੀਕਨ ਕੇਰ ਆਵਾਸਾ। ਉਲਟਾ ਡਰਦਿਆਂ ਡਰਦਿਆਂ ਹੋਰ ਉਹਨਾਂ ਦੇ ਕੋਲ ਹੀ ਜਾਣਾ ਚਾਹੁੰਦੇ ਜੀ, ਜਿਹੜੇ ਦਿਨ ਰਾਤ ਯਤਨ ਕਰਨ ਦੇ ਜੀ। ਕਿੰਨਾ ਕੁਝ ਹੁੰਦਾ ਸਾਧ ਸੰਗਤ ਜੀ। ਇਹ ਸੰਸਾਰ ਹੈ। ਆਖੋ ਵਾਹਿਗੁਰੂ। ਏਦਾਂ ਨਹੀਂ, ਗੱਜ ਕੇ ਆਖੋ ਵਾਹਿਗੁਰੂ। ਇਹ ਸੰਸਾਰ ਹੈ, ਇੱਥੇ ਇਸ ਤਰ੍ਹਾਂ ਹੀ ਹੋਣਾ ਸਾਧ ਸੰਗਤ ਜੀ। ਯੋਂ ਚਿਤ ਮੈਂ ਚਿਤਵੰਤ ਦਇਆ ਨਿਧ। ਮਹਾਰਾਜ ਇਹ ਗੱਲਾਂ ਸੋਚਣ ਦੇ ਆ। ਕੌਣ ਭਲਾ? ਹਾਂਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੋਚ ਰਹੇ ਆ। ਹਾਂਜੀ ਹੇਤ ਪ੍ਰਸੰਨ ਕੇ ਬੈਨ ਕਹੇ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਵਿਚਾਰ ਕਰਕੇ ਤੇ ਮਾਤਾ ਜੀ ਨੂੰ ਪ੍ਰਸੰਨਤਾ ਦੇਣ ਵਾਲੇ ਬਚਨ ਕਹੇ ਜੀ। ਪ੍ਰਸੰਨਤਾ ਦੇਣ ਵਾਲੇ ਜੀ। ਬਾਸੁਰ ਕੀਤਕ ਬਾਸ ਕਰੋ ਇਤ, ਫੇਰ ਕਰੈ ਚਿਤ ਤੋਰ ਚਹੇ। ਮਹਾਰਾਜ ਕਹਿਣ ਲੱਗੇ ਗੰਗਾ ਜੀ ਕੁਝ ਦਿਨ ਇੱਥੇ ਰਹਿ ਲਓ। ਕਹਿਣ ਲੱਗੇ ਫਿਰ ਚੱਲ ਪਵਾਂਗੇ ਅੰਮ੍ਰਿਤਸਰ ਨੂੰ। ਮਾਤਾ ਜੀ ਵੀ ਖੁਸ਼ ਹੋ ਜਾਣ। ਮਹਾਰਾਜ ਨੇ ਐਸਾ ਬਚਨ ਕੀਤਾ ਜੀ। ਹਾਂਜੀ ਬਾਲਕ ਕੋ ਪ੍ਰਿਤਪਾਲ ਕਰੋ ਨਿਤ। ਬਾਲਕ ਕੋ ਪ੍ਰਤਪਾਲ ਕਰੋ ਨਿਤ। ਰੋਜ਼ ਆਪਣੇ ਪੁੱਤਰ ਦੀ ਪ੍ਰਤਪਾਲਣਾ ਕਰੋ ਪ੍ਰੇਮ ਨਾਲ। ਹੋਏ ਵਿਸਾਲ ਆਨੰਦ ਲਹੇ। ਮਹਾਰਾਜ ਕਹਿੰਦੇ ਇੱਥੇ ਹੋਰ ਵੱਡੇ ਹੋ ਲੈਣ ਦਿਓ, ਇਹਨਾਂ ਨੂੰ ਥੋੜੇ ਹੋਰ ਵੱਡੇ ਹੋ ਲੈਣ ਦਿਓ, ਆਨੰਦ ਲੈਣ ਦਿਓ। ਕਹਿਣ ਲੱਗੇ ਤੁਸੀਂ ਵੀ ਵੇਖ ਵੇਖ ਆਨੰਦ ਲਓ। ਗੰਗ ਨੇ ਸ੍ਰੋਨ ਸ਼ੁਨੀ ਹਰਖੀ ਔਰ, ਛੋੜ ਹੈ ਗ੍ਰਾਮ ਕੋ ਬਾਸ ਇਹ। ਗੱਜ ਕੇ ਆਖੋ ਮਾਤਾ ਗੰਗਾ ਜੀ ਕੁਝ ਸਮੇਂ ਲਈ ਸ਼ਾਂਤ ਹੋ ਗਏ ਵੀ ਠੀਕ ਹੈ, ਕੁਝ ਸਮੇਂ ਬਾਅਦ ਨਗਰ ਛੱਡ ਦਿਆਂਗੇ ਆਪਾਂ, ਆਪਣੇ ਨਗਰ ਵਿੱਚ ਜਾਵਾਂਗੇ। ਹਾਂਜੀ ਯਾਬਿਦ ਬੋਲਤ ਬੁਝਤ ਕੋ, ਨਿਸਜਾਮ ਗਈ ਕਰ ਖਾਨ ਆਹਾਰਾ। ਇਹ ਕਹਿ ਕੇ ਬਚਨ ਕਰਦਿਆਂ ਪੁੱਛਦਿਆਂ ਮਹਾਰਾਜ ਗਰੀਬ ਨਵਾਜ ਜੀ ਨੇ ਜਲ ਪਾਣੀ ਪ੍ਰਸ਼ਾਦਾ ਛਕਿਆ ਜੀ ਸ਼ਾਮਾਂ ਦਾ। ਫੇਰ ਜਥਾ ਸੁਖ ਸੋ ਸੁਪਤੇ, ਉਠ ਪ੍ਰਾਤ ਸਮੈ ਜਲ ਮਜਨ ਧਾਰਾ। ਫੇਰ ਅੰਮ੍ਰਿਤ ਵੇਲੇ ਜਾਗੇ ਆ, ਇਸ਼ਨਾਨ ਪਾਨ ਕੀਤਾ ਹੈ।
तात को लालत है प्रेत पालत ਭੂਖਨ ਘਾਲਤ ਸ਼ੋਕ ਉਦਾਰਾ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਕੇ ਗਹਿਣੇ ਬਸਤਰ ਪਾ ਕੇ ਤਿਆਰ ਕੀਤਾ ਮਾਤਾ ਜੀ ਨੇ। ਸੁੰਦਰ ਚੀਰ ਸਰੀਰ ਬਿਖੈ ਪਹਿਰਾਵਤ ਹੀ ਹਰ ਖਾਵਤ ਭਾਰਾ। ਬਹੁਤ ਸੋਹਣੇ ਬਸਤਰ ਜਿਹੜੇ ਛੇਵੇਂ ਪਾਤਸ਼ਾਹ ਜੀ ਦੇ ਮਾਤਾ ਜੀ ਨੇ ਪਾਏ ਐ, ਤਿਆਰ ਕਰਕੇ ਬੜੀ ਵੱਡੀ ਖੁਸ਼ੀ ਆਪਣੇ ਮਨ ਵਿੱਚ ਮਹਿਸੂਸ ਕਰ ਰਹੇ ਹਨ। ਦਾਸਨ ਪੈ ਨਾ ਪਰੋਸ ਤਰੈ ਅਠ ਜਾਮ ਰਖੈ ਨਿਜ ਨੈਣ ਅਗਾਰੀ। ਬਸ ਫਿਰ ਕੀ ਹੈ ਜੀ, ਉਸ ਦਿਨ ਤੋਂ ਬਾਅਦ ਪਹਿਲਾਂ ਹੀ ਮਾਤਾ ਜੀ ਦਾ ਨਹੀਂ ਸੀ ਖਾਂਦੇ, ਹੁਣ ਫਿਰ ਮਾਤਾ ਜੀ ਹੋਰ ਚੌਕਸ ਹੋ ਗਏ ਹੈ ਜੀ, ਹੋਰ ਸਾਵਧਾਨੀ ਧਾਰਨ ਕੀਤੀ ਹੈ। ਸੇਵਕਾਂ ਤੇ ਵੀ ਭਰੋਸਾ ਨਹੀਂ ਕਰਦੇ, ਸਾਰੀ ਸੇਵਾ ਆਪਣੇ ਹੱਥੀਂ ਕਰਦੇ ਹੈ ਜੀ। ਸੋਵਤ ਹਾਥ ਲਗਾਏ ਕੈ ਨੰਦਨ ਔਚਕ ਜਾਗ ਉਠੈ ਡਰ ਧਾਰੀ। ਸੌਣ ਲੱਗਿਆਂ ਵੀ ਛੇਵੇਂ ਪਾਤਸ਼ਾਹ ਨੂੰ ਲਾਗੇ ਲਿਟਾਉਂਦੇ ਆ ਆਪਣੇ, ਉਹਨਾਂ ਦੇ ਪਵਿੱਤਰ ਸਰੀਰ ਦੇ ਉੱਤੇ ਹੱਥ ਰੱਖ ਕੇ ਸੌਂਦੇ ਆ, ਤੇ ਇੱਕਦਮ ਜਦੋਂ ਜਾਗਦੇ ਆ ਉਦੋਂ ਵੀ ਬੜੇ ਧਿਆਨ ਨਾਲ ਮਾਤਾ ਜੀ ਵੇਖਦੇ ਆ। ਨੀਤ ਸਨੇ ਅਸ਼ੇ ਨਮੋ ਹੋਏ ਢੀਲ ਬੇਸਾਲ ਬ੍ਰਧ ਹੈ ਬਲ ਭਾਰੀ। ਮਾਤਾ ਜੀ ਕੀ ਕਰਨ, ਜਿਉਂ-ਜਿਉਂ ਛੇਵੇਂ ਪਾਤਸ਼ਾਹ ਵੱਡੇ ਹੋ ਰਹੇ ਤਿਉਂ-ਤਿਉਂ ਡੀਲ ਡੌਲ ਵੱਡਾ ਹੋਈ ਜਾਂਦਾ ਹੈ ਜੀ, ਤਿਉਂ-ਤਿਉਂ ਸੋਹਣੇ ਹੋਰ ਹੋਈ ਜਾਂਦੇ ਆ। ਮਾਤਾ ਜੀ ਦਾ ਤਿਉਂ-ਤਿਉਂ ਚਿੰਤਾ ਵਧੀ ਜਾਂਦੀ ਹੈ ਜੀ। ਸੁੰਦਰ ਸੂਰਤ ਸ਼ੋਭਤ ਹੈ ਨਿਜ ਕੋਸ਼ਰ ਲੇਕਰ ਹੈ ਬਲਿਹਾਰੀ। ਮਾਤਾ ਜੀ ਸੋਹਣਾ ਸਰੂਪ ਵੇਖਦੇ ਆ, ਆਪਣੇ ਗੋਦ 'ਚ ਬਿਠਾ ਕੇ ਬਲਿਹਾਰ ਜਾਂਦੇ ਆ। ਛੇਵੇਂ ਪਾਤਸ਼ਾਹ ਜੀ ਤੋਂ ਆਪਣੇ ਆਪ ਨੂੰ ਕਰਮਾਂ ਭਾਗਾਂ ਵਾਲੀ ਸਮਝਦੇ। ਗੁਰੂ ਰਾਮਦਾਸ ਜੀ ਦੀ ਨੂੰਹ ਹੈ ਜੀ ਇਹ, ਹਾਂਜੀ, ਗੁਰੂ ਅਰਜਨ ਸਾਹਿਬ ਜੀ ਦੇ ਘਰ ਵਾਲੇ ਨੇ ਜੀ, ਛੇਵੇਂ ਪਾਤਸ਼ਾਹ ਜੀ ਦੇ ਮਾਤਾ ਜੀ ਨੇ ਜੀ। ਆਪਣੇ ਆਪ ਨੂੰ ਬਹੁਤੇ ਕਰਮਾਂ ਭਾਗਾਂ ਵਾਲੇ ਮਾਤਾ ਜੀ ਮੰਨਦੇ ਆ। केतक दिवस बतीत गए जब एक निशा पर कै सब सोए। ਕੁਝ ਕੁ ਦਿਨ ਲੰਘੇ ਜੀ ਤੇ ਇੱਕ ਦਿਨ ਰਾਤ ਨੂੰ ਸਭ ਆਰਾਮ ਕਰ ਰਹੇ ਸਨ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਗੱਜ ਕੇ ਆਖਿਆ ਕਰੋ ਵਾਹਿਗੁਰੂ। ਹਾਂਜੀ। ਦੇਵ ਮਿਲੇ ਸਮੁਦਾਏ ਤਬੈ। ਜਿੰਨੇ ਦੇਵਤੇ ਨੇ 84 ਲੱਖ ਦੇਵਤਾ ਮੰਨਿਆ ਗਿਆ ਹੈ ਜੀ। ਜਿੰਨੇ ਵੀ ਦੇਵਤੇ ਨੇ ਸਾਰੇ ਇਕੱਠੇ ਹੋ ਕੇ ਸਭ ਆਵਨ ਕੀਨ ਪ੍ਰਮੋਦਤ ਹੋਏ। ਤੇ ਸਾਰੇ ਬੜੇ ਹੀ ਚਾਅ ਦੇ ਨਾਲ ਵਡਾਲੀ ਵਿੱਚ ਆਏ ਨੇ ਜੀ। ਇਹ ਗੁਪਤ ਗੱਲਾਂ ਨੇ ਜੀ। ਹਾਂਜੀ। ਸ਼੍ਰੀ ਹਰਗੋਬਿੰਦ ਜਾਨ ਤਿਨੋ ਕਹੋ ਸ਼ੋਰ ਪਰਯੰਕ ਉਠੈ ਸਭ ਜੋਏ। ਫਿਰ ਪੜੋ। ਸ਼੍ਰੀ ਹਰਗੋਬਿੰਦ ਜਾਨ ਤਿਨੋ ਕਹੋ ਸ਼ੋਰ ਪਰਯੰਕ ਉਠੈ ਸਭ ਜੋਏ। ਸ਼੍ਰੀ ਹਰਗੋਬਿੰਦ ਜਾਨ ਤਿਨੋ ਕਹੋ। ਛੇਵੇਂ ਪਾਤਸ਼ਾਹ ਨੂੰ ਪਤਾ ਲੱਗਾ ਵੀ ਸਭ ਦੇਵੀ ਦੇਵਤੇ ਆਏ ਨੇ, ਦੇਵਤੇ ਆਏ ਨੇ। ਉਹ ਪਲੰਗ ਛੱਡ ਕੇ ਤੇ ਉੱਠ ਕੇ ਬੈਠ ਗਏ ਜੀ ਰਾਤ ਨੂੰ ਜੀ। ਹਾਂਜੀ। ਦ્વੈ ਕਰ ਬੰਦ ਕਰੈ ਅਭਿਬੰਦਨ। ਤੇ ਕੀ ਹੈ ਜੀ, ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ, ਇੰਦਰ, ਹੋਰ ਜਿਹੜੇ ਦੇਵਤੇ ਨੇ, ਵਰੁਣ ਦੇਵਤਾ, ਸਾਰਿਆਂ ਨੇ ਛੇਵੇਂ ਪਾਤਸ਼ਾਹ ਨੂੰ ਵੇਖ ਕੇ ਹੱਥ ਜੋੜੇ ਹੋਏ ਤੇ ਸਿਰ ਨਵਾਇਆ ਹੋਇਆ ਜੀ। ਪਿਆਰਿਓ, ਇੱਥੇ ਤੇ ਦੇਵਤੇ ਵੀ ਸਿਰ ਝੁਕਾਉਂਦੇ, ਅਸੀਂ ਕਿਉਂ ਨਾ ਝੁਕਾਵਾਂਗੇ। ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦੁਖ ਨਿਕੰਦਨ ਤੀਰ ਖਰੋਏ। ਤੇ ਦੁੱਖਾਂ ਦਾ ਨਾਸ਼ ਕਰਨ ਵਾਲੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਲਾਗੇ ਖਲੋ ਗਏ ਜੀ ਦੇਵਤੇ ਆ ਕੇ ਜੀ। ਰਾਤ ਸਮੇਂ ਜੀ ਸਭ ਆਰਾਮ ਕਰਨ ਦੇ ਆ। ਮਹਾਰਾਜ 2 ਸਾਲਾਂ ਦੀ ਉਮਰ ਹੈ। ਮਹਾਰਾਜ ਉੱਠ ਕੇ ਬੈਠ ਗਏ ਜੀ। ਦੇਵਤੇ ਕਿਹੜੇ ਕਿਹੜੇ ਆਏ ਉਹਨਾਂ ਦੇ ਨਾਮ ਸੁਣੋ। ਨਾਰਦ ਸਾਰਦ ਪਾਰਦ ਤੇ ਤਨ ਸ਼੍ਰੀ ਬ੍ਰਹਮਾ ਮਘਵਾ ਜੁਤ ਆਏ। ਨਾਰਦ ਜੀ ਆਏ ਨੇ ਜੀ, ਸਾਰਦਾ ਜੀ ਆਏ ਨੇ, ਫਿਰ ਜਿਨ੍ਹਾਂ ਦੇ ਕਹਿਣ ਲੱਗੇ ਪਰ ਲੱਗੇ ਹੋਏ ਨੇ ਜੀ। ਬ੍ਰਹਮਾ ਜੀ ਆਏ ਆ, ਮਘਵਾ ਜੀ ਆਏ ਆ, ਇੰਦਰ ਦੇਵਤਾ ਆਇਆ। ਹਾਂਜੀ। 8 ਬਸੂ ਅਰ ਰੁਦਰ ਇਕਾਦਸ਼ ਪਾਵਕ ਅਗਰ ਮਿਲੇ ਸਮੁਦਾਏ। 8 ਦੇਵਤੇ ਅਤੇ 11 ਸ਼ਿਵ ਜੀ ਦੇ ਰੂਪ ਹੋਰ ਉੱਥੇ ਆਏ ਜੀ ਸਾਰੇ ਜੀ। ਗੱਜ ਕੇ ਆਖੋ ਵਾਹਿਗੁਰੂ। ਪਾਵਕ ਅਗਰ ਮਿਲੇ ਸਮੁਦਾਏ। ਕਹਿਣ ਲੱਗੇ ਜਦੋਂ ਉਹ ਆਏ
ਸੁਗੰਧੀ ਜੀ ਛਾ ਗਈ ਦੀ ਇੱਕਦਮ ਜੀ। ਹਾਂਜੀ। और कहाँ तिन की गिनती होए, देखत को अवतार सुहाए। ਕਹਿਣ ਲੱਗੇ ਤੇ ਮੈਂ ਤੁਹਾਨੂੰ ਮੋਟੇ ਜੇ ਦੱਸੇ ਆ, ਬੜੇ ਬੜੇ ਰੱਬ ਦੇ ਅਵਤਾਰ ਜਿਹੜੇ ਸਨ ਉਹ ਦਰਸ਼ਨ ਕਰਨ ਵਾਸਤੇ ਆਏ ਛੇਵੇਂ ਪਾਤਸ਼ਾਹ ਦੇ ਜੀ। ਹਾਂਜੀ। 64 जोगन बीर बवंजन, 64 ਜੋਗਣੀਆਂ ਆਈਆਂ ਜੀ, ਗੱਜ ਕੇ ਆਖੋ ਵਾਹਿਗੁਰੂ। 52 ਵੀਰ ਆਏ ਜੀ। द्वै कार जोरत सीस निवाए। ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ, ਨਾਰਦ ਜੀ, ਸਾਰਦਾ ਜੀ, ਹਾਂਜੀ, ਸ਼ਿਵਾਂ ਦੇ ਵੱਖੋ ਵੱਖਰੇ ਰੂਪ, 64 ਜੋਗਣੀਆਂ, 52 ਵੀਰ, ਸਾਰੇ ਆ ਕੇ ਹੱਥ ਜੋੜ ਕੇ ਸਿਰ ਨਵਾਇਆ ਛੇਵੇਂ ਪਾਤਸ਼ਾਹ ਨੂੰ ਜੀ। ਹਾਂਜੀ। नाशन को तुर कान समूह, शरीर तरियो तुम अंतर जामी। ਉਹ ਪਤਾ ਕੀ ਕਹਿ ਰਹੇ ਆ? ਉਹ ਕਹਿੰਦੇ ਹੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਸੀਂ ਇਸ ਧਰਤੀ ਤੇ ਤੁਰਕਾਂ ਦਾ ਨਾਸ ਕਰਨ ਵਾਸਤੇ ਆਏ ਹੋ। ਕਿਹੜੇ ਤੁਰਕ? ਦੁਸ਼ਟ ਤੁਰਕ ਜੀ, ਸਾਰੇ ਨਹੀਂ, ਦੁਸ਼ਟ, ਤੰਗ ਕਰਨ ਵਾਲੇ। ਹਾਂਜੀ। सेवक संतन को प्रित पारन, ਸੇਵਕ ਸੰਤਨ ਕੋ ਪ੍ਰਤ ਪਾਰਨ, ਸੇਵਕਾਂ ਨੂੰ, ਸੰਤਾਂ ਨੂੰ ਤੁਸੀਂ ਪਾਲਣ ਵਾਸਤੇ ਆਏ ਹੋ। ਅੱਗੇ ਜਾ ਕੇ ਕਥਾ ਆਏਗੀ ਮਹਾਰਾਜ ਦੀ, ਕਿਵੇਂ ਕਿਵੇਂ ਸੇਵਕਾਂ ਨੂੰ ਨਿਹਾਲ ਕਰਦੇ ਰਹੇ ਜੀ। जो सतनाम जपै नित स्वामी। ਜਿਹੜੇ ਸਦਾ ਹੀ ਵਾਹਿਗੁਰੂ ਦਾ ਨਾਮ ਜਪਦੇ ਉਹਨਾਂ ਨੂੰ ਤੁਸੀਂ ਤਾਰਨ ਵਾਸਤੇ ਆਏ ਹੋ। ਕੌਣ ਕਹਿ ਰਿਹਾ ਹੈ? ਦੇਵਤੇ ਆ ਕੇ ਕਹਿ ਰਹੇ ਨੇ। ਹਾਂਜੀ। लोक अनेक उदाहरण को, हे ਮਹਾਰਾਜ, ਮਹਾਰਾਜ ਤੁਸੀਂ ਅਨੇਕਾਂ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਇਸ ਧਰਤੀ ਤੇ ਆਏ ਹੋ। चित देन बबेक पए पथगामी। ਕਹਿਣ ਲੱਗੇ ਤੁਸੀਂ ਵਿਵੇਕ ਦੇ ਰਾਹ ਤੇ ਚੱਲਣ ਵਾਲੇ ਜਿਗਿਆਸੂਆਂ ਨੂੰ ਖੁਸ਼ੀਆਂ ਦੇਣ ਵਾਸਤੇ ਆਏ ਹੋ। ਇਹਨਾਂ ਦੀ ਛੇਵੇਂ ਪਾਤਸ਼ਾਹ ਦੀ ਉਸਤਤ ਕਰ ਰਹੇ ਆ ਦੇਵਤੇ। ਮਹਾਰਾਜ ਬੈਠੇ ਸੁਣ ਰਹੇ ਨੇ ਜੀ। ਹਾਂਜੀ। सूर महाभुज पूरन श्री गुर। ਫਿਰ ਦੇਵਤੇ ਕਹਿ ਰਹੇ ਹੇ ਗੁਰੂ ਹਰਗੋਬਿੰਦ ਸਾਹਿਬ, ਮਹਾਰਾਜ ਤੁਹਾਡੇ ਵਰਗਾ ਸੂਰਮਾ ਨਹੀਂ ਕੋਈ ਹੋਰ ਹੋਣਾ। ਉਹਨਾਂ ਨੂੰ ਪਤਾ ਹੈ ਨਾ, ਵੇਖਣ ਵਾਲਾ ਤੇ ਕਹੇਗਾ 2 ਸਾਲ ਦੀ ਉਮਰ ਹੈ। ਉਹਨਾਂ ਨੂੰ ਪਤਾ ਹੈ ਕਿੱਡੀ ਵੱਡੀ ਹਸਤੀ ਆਏ ਹੋਏ ਹੈ। ਹਾਂਜੀ। शत्रुन चूरन को नित कामी। ਮਹਾਰਾਜ ਆਪ ਜੀ ਦਾ ਰੋਜ਼ ਦਾ ਕਰਮ ਹੋਏਗਾ, ਤੁਸੀਂ ਆਪਣੇ ਸ਼ਤਰੂਆਂ ਦਾ ਨਾਸ ਕਰਨ ਵਾਲੇ ਹੋ। ਇਹ ਰੋਜ਼ ਦਾ ਹੀ ਕੰਮ ਹੋਏਗਾ ਤੁਹਾਡਾ। ਮਹਾਰਾਜ ਕਰਦੇ ਵੀ ਰਹੇ ਜੀ ਰੋਜ਼ ਦਾ। ਹਾਂਜੀ। कीरत को बिस तीरत यो पद पूजत चंदन को चर्चाए। ਤੇ ਮਹਾਰਾਜ ਦੇ ਚਰਨਾਂ ਤੇ ਨਾ ਜੀ ਫੁੱਲ ਚੜਾ ਕੇ, ਗੱਜ ਕੇ ਆਖੋ ਵਾਹਿਗੁਰੂ। ਚਰਨ ਕਮਲਾਂ ਤੇ ਚੰਦਨ ਘਸਾ ਕੇ ਉਹ ਦੇਵਤੇ ਛੇਵੇਂ ਪਾਤਸ਼ਾਹ ਦੇ ਚਰਨਾਂ ਦੀ ਪੂਜਾ ਕਰਨ ਲੱਗੇ ਜੀ। ਹਾਂਜੀ। धूप तुखावत फूल चढ़ावत और सुगंधन को अर्चाए। ਹੁਣ ਇਹ ਗੁਪਤ ਕਲਾ ਹੁੰਦੀ ਹੈ ਜੀ। ਦੇਵਤੇ ਤੂਫਾਨ ਤਖਾ ਰਹੇ ਆ, ਫੁੱਲ ਚੜਾ ਰਹੇ ਆ, ਸੁਗੰਧੀਆਂ ਛਿੜਕਾ ਰਹੇ ਆ। ਹਾਂਜੀ। कुंकम सो घन सार कसाए, करें बिनती सुर हवै समुदाय। ਕਹਿਣ ਲੱਗੇ ਕੇਸਰ ਨੂੰ ਚੰਦਨ ਨਾਲ ਘਸਾ ਕੇ ਦੇਵਤੇ ਇਕੱਠੇ ਹੋ ਕੇ ਨਾ ਛੇਵੇਂ ਪਾਤਸ਼ਾਹ ਨੂੰ ਗੁਪਤ ਰੂਪ ਚ ਬੇਨਤੀਆਂ ਕਰਨ ਦਏ ਨੇ ਜੀ। ਹਾਂਜੀ। ज्यों होए आयस रावर की, हम काज करें तिम दयो फुरमाए। ਤੇ ਦੇਵਤੇ ਪਤਾ ਕੀ ਕਹਿੰਦੇ ਆ? ਕਹਿੰਦੇ ਮਹਾਰਾਜ ਸਾਨੂੰ ਵੀ ਆਪਣੇ ਸੇਵਾਦਾਰ ਹੀ ਜਾਣਿਓ। ਮਹਾਰਾਜ ਜੋ ਤੁਹਾਡਾ ਹੁਕਮ ਹੋਏਗਾ ਨਾ ਉਹ ਸਾਨੂੰ ਕਿਹਾ ਕਰਿਓ। ਮਹਾਰਾਜ ਅਸੀਂ ਤੁਹਾਡੇ ਹੁਕਮ 'ਚ ਹੀ ਰਿਹਾ ਕਰਾਂਗੇ ਜੀ। ਕਿਉਂ? ਇਹ ਨੇ ਦੇਵਤੇ, ਗੁਰੂ ਸਾਹਿਬ ਨੇ ਆਪ ਪਰਮੇਸ਼ਰ ਜੀ। ਇੰਨਾ ਭੇਦ ਹੈ ਜੀ। ਹਾਂਜੀ। 64 जोगन कीन बिखै। 64 ਜੋਗਣੀਆਂ ਬੋਲੀਆਂ ਜੀ ਮਹਾਰਾਜ ਸੱਚੇ ਪਾਤਸ਼ਾਹ। बड़ भूख हमें नह पाए आहारा। ਮਹਾਰਾਜ ਗਰੀਬ ਨਵਾਜ ਅਸੀਂ ਵੀ ਬੜੀਆਂ ਭੁੱਖੀਆਂ ਰਹਿੰਦੀਆਂ। ਮਹਾਰਾਜ ਅਸੀਂ ਵੀ ਤੁਹਾਡੇ ਕੋਲੋਂ ਹੀ ਪ੍ਰਸ਼ਾਦਾ ਪਾਣੀ ਛਕਣਾ। ਹਾਂਜੀ। ਵੀਰ ਬਵੰਜਨ ਬਾਕ ਕਹੇ। 52 ਵੀਰ ਜਿਹੜੇ ਆ ਉਹ ਵੀ ਮਹਾਰਾਜ ਨੂੰ ਕਹਿਣ ਲੱਗੇ ਜੀ ਹਮ ਚਾਹਤ ਹੈ ਵੱਡ ਜੁਧ ਅਖਾਰਾ। ਮਹਾਰਾਜ ਅਸੀਂ ਵੀ ਜੁੱਧ ਅਖਾੜੇ ਕਰਨ ਵਾਲੇ ਆ। ਹੁਣ ਤੁਸੀਂ ਜੁੱਧ ਅਖਾੜੇ ਆ ਕੇ ਲਾਉਣੇ ਆ।
ਲਾਏ ਜੀ ਮਹਾਰਾਜ ਨੇ ਜੋ ਦਿਖਾੜੇ ਜੀ। ਜਲੰਧਰ ਦੇ ਲਾਗੇ ਹੀ ਸ੍ਰੀ ਕਰਤਾਰਪੁਰ ਸਾਹਿਬ ਸ਼ਹਿਰ ਹੈ, 1.25 ਲੱਖ ਫੌਜ ਚੜ੍ਹ ਕੇ ਆਈ, ਰਾਤੋਂ ਰਾਤ ਹੀ ਖਤਮ ਕੀਤੀ ਮਹਾਰਾਜ ਨੇ ਜੀ, ਥੋੜੇ ਸਿੱਖਾਂ ਨਾਲ ਜੀ। ਹਾਂਜੀ। ਨਾਰਦ ਆਦਿਕ ਪ੍ਰਾਰਥਨਾ ਕਰ, ਬ੍ਰਿੰਦ ਮਸ਼ੇਲ ਬਲੀਨ ਸੰਘਾਰਾ। ਨਾਰਦ ਜੀ ਹੋਰ ਸਾਰਿਆਂ ਨੇ ਪ੍ਰਾਰਥਨਾ ਕੀਤੀ, ਮਹਾਰਾਜ ਮਲੇਸ਼ ਬਲੀਆਂ ਨੂੰ ਤੁਸਾਂ ਹੀ ਮਾਰਨਾ, ਮਹਾਰਾਜ ਇਹਨਾਂ ਦੇ ਤੇਜ ਪ੍ਰਤਾਪ ਵਧੇ ਹੋਏ ਆ, ਇਹਨਾਂ ਦਾ ਤੁਸਾਂ ਹੀ ਨਾਸ ਕਰਨਾ ਹੈ। ਰਾਵਰ ਕ੍ਰੋਧਤ ਜੁਧ ਕਰੋ, ਇਮ ਚਾਹਤ ਦੇਵਨ ਕੋ ਗਨ ਸਾਰਾ। ਮਹਾਰਾਜ ਅਸੀਂ ਦੇਵਤੇ ਬੇਨਤੀ ਕਰਨ ਆਏ ਆ, ਮਹਾਰਾਜ ਜਿਹੜੇ ਜਿਹੜੇ ਪੂਛਾਂ ਚੁੱਕ ਰਹੇ ਨੇ, ਜਿਹੜੇ ਜਿਹੜੇ ਦੁਨੀਆ ਨੂੰ ਤੰਗ ਕਰ ਰਹੇ ਆ, ਮਹਾਰਾਜ ਯੁੱਧ ਕਰਕੇ ਉਹਨਾਂ ਦਾ ਨਾਸ ਕਰ ਦਿਓ ਸਾਰਿਆਂ ਦਾ। ਉਹ ਬਚਪਨ ਤੋਂ ਹੀ ਬੇਨਤੀਆਂ ਕਰਨ ਲੱਗ ਪਏ ਜੀ ਮਹਾਰਾਜ ਨੇ। ਸ਼੍ਰੀ ਹਰ ਗੋਬਿੰਦ ਦੇਤ ਆਨੰਦ ਕੋ, ਦੇਵਨ ਬ੍ਰਿੰਦਨ ਸੋ ਕਹਿ ਬਾਣੀ। ਫਿਰ ਪੜੋ। ਸ਼੍ਰੀ ਹਰ ਗੋਬਿੰਦ ਦੇਤ ਆਨੰਦ ਕੋ, ਦੇਵਨ ਬ੍ਰਿੰਦਨ ਸੋ ਕਹਿ ਬਾਣੀ। ਹੁਣ ਮਹਾਰਾਜ ਤੇ 2-3 ਸਾਲਾਂ ਦੀ ਸਰੀਰਕ ਅਵਸਥਾ, ਪਰ ਉਹ ਆਏ ਆ ਬੇਨਤੀਆਂ ਕਰਨ, 6ਵੇਂ ਪਾਤਸ਼ਾਹ ਉਹਨਾਂ ਨੂੰ ਧੀਰਜ ਦੇਣ ਲੱਗੇ ਜੀ, ਛੋਟੀ ਜਿਹੀ ਆਰਜ਼ੂ ਚ। ਹਾਂਜੀ। ਵੀਰ ਸਭ ਹੈ ਤੁਮ ਧਾਰ ਸਰੀਰ ਕੋ, ਧੀਰਜ ਸੋ ਵਿਚਰੋ ਧਰ ਆਨੀ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਤੁਸੀਂ ਵੀ ਸਾਰੇ ਬੜੇ ਵੀਰ ਹੋ, ਬਹਾਦਰ ਹੋ, ਦੇਵਤੇ ਹੋ, ਬੜੇ ਬੜੇ 52 ਵੀਰ ਚ ਸਰੀਰ ਧਾਰਨ ਕਰਕੇ ਆਓ ਧਰਤੀ ਤੇ। ਕਹਿਣ ਲੱਗੇ ਨਾਰਦ ਕੋ ਦਿਖ ਰਾਉ ਮਹਾਰਣ, ਮਾਰ ਮਲੇਸ਼ ਕਰੋ ਘਮਸਾਨੀ। ਬਾਕੀ ਮਹਾਰਾਜ ਕਹਿਣ ਲੱਗੇ ਨਾਰਦ ਜੀ ਚਿੰਤਾ ਨਾ ਕਰੋ, ਤੁਹਾਨੂੰ ਫਿਰ ਇੱਕ ਵਾਰੀ ਜੰਗ ਦੇ ਮੈਦਾਨ ਨੂੰ ਵਿਖਾ ਹੀ ਦੇਵਾਂਗੇ। ਕਹਿਣ ਲੱਗੇ ਕਿਵੇਂ ਜੰਗ ਕਰੀਦਾ ਤੁਹਾਨੂੰ ਵਿਖਾਵਾਂਗੇ। ਕਹਿਣ ਲੱਗੇ ਹਾਂਜੀ। ਪੀਵੋ ਸ਼੍ਰੋਨਤ 64 ਜੋਗਨ। ਮਹਾਰਾਜ 64 ਜੋਗਣੀਆਂ ਨੂੰ ਕਹਿਣ ਲੱਗੇ, ਕਹਿੰਦੇ ਜਦੋਂ ਅਸੀਂ ਦੁਸ਼ਟਾਂ ਦਾ ਨਾਸ ਕਰਨਾ ਹੈ ਨਾ, ਫਿਰ ਪੀਓ ਖੂਨ। ਮਹਾਰਾਜ ਕਹਿਣ ਲੱਗੇ ਉਹਨਾਂ ਦਾ ਰਾਜਿਓ ਤੁਸੀਂ ਵੀ। ਕਹਿਣ ਲੱਗੇ ਲੇਹੋ ਡਕਾਰ ਮਹਾ ਤ੍ਰਿਪਤਾਨੀ। ਪੀ ਪੀ ਕੇ ਖੂਨ ਤੇ ਡਕਾਰ ਮਾਰਿਓ। ਮਹਾਰਾਜ ਕਹਿਣ ਲੱਗੇ ਤੁਹਾਨੂੰ ਵੀ ਖੁਸ਼ ਕਰ ਦੇਣਾ ਅਸੀਂ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਜੁਧ ਕੁਮੰਡ ਪ੍ਰਚੰਡ ਰਚੋ। ਮਹਾਰਾਜ ਕਹਿਣ ਲੱਗੇ ਬੜੇ ਬਲ ਵਿੱਚ ਆ ਕੇ ਕਮਸਾਨ ਦੇ ਜੰਗ ਕਰਨੇ ਆ ਅਸੀਂ। ਸ਼ਿਵ ਲੇਹੋ ਬਿਲੰਦ ਹੀ ਮੁੰਡਨ ਮਾਲਾ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਸ਼ਿਵਾ ਨੂੰ, ਕਹਿਣ ਲੱਗੇ ਜੇ ਕਿਤੇ ਗਲ 'ਚ ਖੋਪੜੀਆਂ ਦੀ ਮਾਲਾ ਪਾਉਣੀ ਹੋਏਗੀ ਤੇ ਸਾਡੇ ਕੋਲ ਆ ਜਿਓ। ਕਹਿਣ ਲੱਗੇ ਹਾਂਜੀ। ਕਾਲੀ ਕਪਾਲ ਪਰੋਂ ਆਪਣੋ, ਪਲ ਸ਼੍ਰੋਣਤ ਸੰਗ ਉਮੰਗ ਬਿਸਾਲਾ। ਮਹਾਰਾਜ ਮਾਤਾ ਕਾਲਕਾ ਦੇਵੀ ਨੂੰ ਕਹਿਣ ਲੱਗੇ ਤੁਸੀਂ ਵੀ ਜੇ ਖੱਪਰ ਭਰਨਾ ਹੋਏਗਾ ਲਹੂ ਦਾ ਤੇ ਸਾਡੇ ਕੋਲ ਆ ਜਿਓ, ਆਉਣ ਵਾਲੇ ਸਮੇਂ 'ਚ ਦੁਸ਼ਟਾਂ ਦਾ ਨਾਸ ਕਰਨਾ ਸੀ। ਕਹਿਣ ਲੱਗੇ ਜੋ ਸਭ ਦੇਵਨ ਕੇ ਮਨ ਭਾਵਤ, ਸੋ ਕਰ ਹੋ ਬਲ ਧਾਰ ਕਰਾਲਾ। ਤੁਹਾਡੀ ਬੇਨਤੀ ਮਨਜ਼ੂਰ ਹੈ। ਕਹਿਣ ਲੱਗੇ ਵੇਖਿਓ ਕਿਸ ਤਰੀਕੇ ਨਾਲ ਕਮਸਾਨ ਤੇ ਜੰਗ ਕਰਕੇ ਇਹਨਾਂ ਦੁਸ਼ਟਾਂ ਦਾ ਨਾਸ ਕਰਦੇ ਅਸੀਂ। ਲਾਲਤ ਮਾਤ ਕੋ ਦੇਉ ਆਨੰਦ, ਸੋ ਬਾਲਕ ਆਰ ਬਲਾ ਇਸ ਕਾਲਾ। ਮਹਾਰਾਜ ਕਹਿਣ ਲੱਗੇ ਅਜੇ ਤੇ ਅਸੀਂ ਆਪਣੀ ਮਾਤਾ ਨੂੰ ਹੀ ਆਨੰਦ ਦੇ ਰਹੇ ਹਾਂ, ਅਜੇ ਤੇ ਬਾਲਕਾਂ ਵਾਲੇ ਕੰਮ ਕਰ ਰਹੇ ਹਾਂ, ਅਜੇ ਤੇ ਬਾਲਕਾਂ ਵਾਲੇ ਕੰਮ ਕਰਕੇ ਮਾਤਾ ਨੂੰ ਖੁਸ਼ ਕਰ ਰਹੇ ਹਾਂ। ਹਾਂਜੀ। ਜੋ ਸੁਰ ਕੇ ਉਰ ਹੋਏ ਮਨੋਰਥ, ਆਨ ਸਰੀਰ ਤਰੋ ਧਰ ਮੈਂ। ਜਦੋਂ ਸਰੀਰ ਹੋਰ ਵੱਡਾ ਹੋ ਗਿਆ ਤੁਹਾਡੇ ਦੇਵਤਿਆਂ ਦੀ ਇੱਛਾ ਵੀ ਪੂਰੀ ਕਰ ਦਿਆਂਗੇ। ਕਹਿਣ ਲੱਗੇ ਮੋਸੰਗ ਸੈਨ ਬਨੋ ਰਣ ਮੈਂ। ਮਹਾਰਾਜ ਕਹਿੰਦੇ ਜਿੰਨੇ ਆਉਣਾ ਹੈ ਨਾ ਸਰੀਰ ਧਾਰਨ ਕਰਕੇ ਆ ਜਿਓ, ਸਾਡੀਆਂ ਫੌਜਾਂ 'ਚ ਸ਼ਾਮਲ ਹੋ ਜਾਇਓ। ਕਹਿਣ ਲੱਗੇ ਬਲਵੰਤ ਮਲੇਸ਼ਨ ਸੰਘਰ ਮੈਂ। ਬੜਾ ਸੰਘਰ ਲੱਗਣਾ, ਜੰਗ ਲੱਗਣਾ, ਆ ਜਿਓ। ਕਹਿਣ ਲੱਗੇ ਹੋ ਜਿਓ ਸ਼ਾਮਲ। ਆਯੁਧ ਕੇਰ ਪ੍ਰਹਾਰ ਕਰੋ, ਉਤਸ਼ਾਹਤ ਹੋਇ ਕਰ ਕਹਿ ਬਰ ਮੈਂ। ਫੇਰ ਪਾਇਨ ਕਰੈ ਸੁਰ ਲੋਕ, ਸੁਧਾਰ ਕੈ ਕਾਜ ਬਸੈ ਘਰ ਮੈਂ। ਹਜੂਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਮਲੇਸ਼ਾਂ ਦਾ ਸੁਧਾਰ ਕਰਾਂਗੇ। ਕਹਿਣ ਲੱਗੇ ਬਹੁਤ ਉਤਸ਼ਾਹ ਵਿੱਚ ਆ ਕੇ ਜੰਗ ਕਰਕੇ ਉਧਾਰ ਕਰਕੇ ਫਿਰ ਸੱਚਖੰਡ ਆ ਜਾਣਾ ਅਸੀਂ। ਕਹਿਣ ਲੱਗੇ
ਛੇਤੀ ਆ ਗਏ ਨਾ ਮਹਾਰਾਜ ਫਿਰ ਸੱਚਖੰਡ। 50-52 ਸਾਲਾਂ ਦੀ ਉਮਰ 'ਚ ਮਹਾਰਾਜ ਸੱਚਖੰਡ ਚਲੇ ਗਏ ਸੀਗੇ। ਇਹ 3 ਕੁ ਸਾਲਾਂ ਦੀ ਉਮਰ ਹੈ, 2, 3, 2.5 ਇਹਦੇ ਵਿੱਚ ਮਹਾਰਾਜ ਦੀ ਉਮਰ ਹੈ। ਕਮਾਲ ਦੀ ਗੱਲ ਹੈ, ਦੇਵਤੇ ਦਰਸ਼ਨ ਕਰਨ ਆਏ ਆ, ਮਹਾਰਾਜ ਨੇ ਉਦੋਂ ਹੀ ਦੇਵਤਿਆਂ ਨੂੰ ਸਾਰਾ ਕੁਝ ਦੱਸ ਦਿੱਤਾ ਜੀ। ਹਾਂਜੀ, ਧੰਨ ਗੁਰੂ ਸਭ ਦੇਵ ਮਨੋਰਥ। ਸਾਰੇ ਦੇਵਤੇ ਕੀ ਕਹਿਣ ਲੱਗੇ ਆ? ਧੰਨ ਹੋ ਮਹਾਰਾਜ ਤੁਸੀਂ। ਹਾਂਜੀ, ਪੂਰਨ ਕੋ ਕਰਤਾ ਹਰ ਖਾਏ। ਮਹਾਰਾਜ ਤੁਸੀਂ ਸਾਡੇ ਮਨੋਰਥ ਜਿਹੜੇ ਆ ਉਹ ਪੂਰੇ ਕਰਨੇ ਹਨ। ਸ਼ਾਂਤ ਕੀ ਪੰਚ ਸਰੀਰ ਤਰੇ। ਹੇ ਗੁਰੂ ਨਾਨਕ ਸਾਹਿਬ ਜੀ ਦੇ 6ਵੇਂ ਰੂਪ ਜੀ, 5 ਸਰੀਰ ਤੁਸੀਂ ਸ਼ਾਂਤੀ ਧਾਰਨ ਕੀਤੇ ਹੈ। ਸਤ ਨਾਮ ਸਨੇ ਮੈਂ ਸੇਵਕ ਲਾਵਤ। 5 ਸਰੂਪਾਂ ਦੇ ਵਿੱਚ ਸੇਵਕਾਂ ਨੂੰ ਨਾਮ ਹੀ ਜਪਾਇਆ ਮਹਾਰਾਜ ਤੁਸਾਂ। ਮਾਨਵ ਕੀਨ ਨਿਹਾਲ ਕਰੋਰਨ। ਕਰੋੜਾਂ ਮਨੁੱਖਾਂ ਨੂੰ ਮਹਾਰਾਜ 5 ਸਰੂਪਾਂ 'ਚ ਤੁਸੀਂ ਨਿਹਾਲ ਕੀਤਾ ਤੇ ਕਰ ਰਹੇ ਹੋ। ਸ਼੍ਰੀ ਪ੍ਰਭ ਕੇ ਗੈ ਗੁਣ ਗਾਵਤ। ਇਸ ਤਰੀਕੇ ਨਾਲ ਦੇਵਤੇ ਬੜੇ ਹੀ ਗੁਣ ਗਾ ਰਹੇ ਮਹਾਰਾਜ ਦੇ। ਪੰਚ ਸਰੂਪ ਅਨੂਪ ਤਰੇ ਅਬ। ਪੰਥ ਪ੍ਰਕਾਸ਼ ਕਰੋ ਰਿਪ ਕਾਵਤ। ਮਹਾਰਾਜ ਹੁਣ ਫਿਰ ਤੁਸੀਂ 6ਵੇਂ ਜਾਮੇ ਵਿੱਚ ਆਏ ਹੋ ਤੇ ਮਾਇਆ ਵਿਸ਼ਾਲ ਪੰਥ ਸਾਜਿਓ, ਆਪਣਾ ਫੌਜਾਂ ਸਾਜਿਓ। ਇਹਦੀ ਵੀ ਲੋੜ ਹੈ ਜੀ, ਤਾਂ ਦੇਵਤੇ ਕਹਿ ਰਹੇ ਆ। ਉਹ ਹੁਣ ਰਾਤ ਪਈ ਸਭ ਆਰਾਮ ਕਰਨ ਦੇ ਆ। ਦੋ ਨੂੰ ਪਤਾ ਹੈ, ਜਾਂ 6ਵੇਂ ਪਾਤਸ਼ਾਹ ਨੂੰ ਜਾਂ ਗੁਰੂ ਅਰਜਨ ਸਾਹਿਬ ਨੂੰ ਪਤਾ ਵੀ ਦੇਵਤੇ ਆਏ ਹੋਏ ਨੇ ਜੀ। ਭਜਨ ਕਰਨ ਵਾਲਿਆਂ ਕੋ ਬਹੁਤ ਲੋਕ ਆਉਂਦੇ ਰਹਿੰਦੇ ਆ ਜੀ, ਗੁਪਤ ਵੀ ਤੇ ਪ੍ਰਗਟ ਵੀ ਜੀ। ਜਿਹੜੇ ਭਜਨ ਕਰਦੇ ਨਾ ਜੀ, ਉਹਨਾਂ ਕੋ ਸਾਰੇ ਹੀ ਆਉਂਦੇ ਨੇ ਜੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਅੱਗੋਂ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰ ਨਾਲ ਪੰਕਤੀ ਪੜੋ, ਫਿਰ ਖਿਮਾ ਮੰਗੀਏ। ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਜੋ ਅੰਮ੍ਰਿਤ ਬਚਨ ਸੁਣਾਵੇ। ਇਹ ਪ੍ਰਤੱਖ ਰੱਬ ਦਾ ਰੂਪ ਨੇ ਤੇ ਦੇਵਤੇ ਆ ਕੇ ਮੱਥਾ ਟੇਕ ਰਹੇ ਨੇ। ਨਹੀਂ ਤੇ ਦੇਵਤਿਆਂ ਨੂੰ ਲੋਕ ਮੱਥਾ ਟੇਕਦੇ, ਉਹ ਕਿਸੇ ਨੂੰ ਟੇਕਣ? ਕਿਉਂ ਮੱਥਾ ਟੇਕ ਰਹੇ ਨੇ? ਉਹਦਾ ਕਾਰਨ ਇਹ ਹੈ, ਸਤਿਗੁਰ ਦੇਓ ਪਰਤਖ ਹਰ ਮੂਰਤ। ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਜੋ ਅੰਮ੍ਰਿਤ ਬਚਨ ਸੁਣਾਵੇ। ਗਰੀਬ ਨਵਾਜ ਕਿਰਪਾ ਕਰਨ। 6ਵੇਂ ਪਾਤਸ਼ਾਹ ਆਪ ਹੀ ਰੱਬ ਹਨ, ਆਪ ਪਰਮੇਸ਼ਰ ਹਨ। ਦੇਵਤਿਆਂ ਨੂੰ ਵੀ ਇਹੋ ਜਿਹੇ ਬਚਨ ਸੁਣਾਏ, ਦੇਵਤੇ ਨਿਹਾਲ ਕਰ ਦਿੱਤੇ ਜੀ ਮਹਾਰਾਜ ਨੇ। ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਭੁੱਲਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।